ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਸਦਕਾ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਪ੍ਰਾਪਤ ਹਨ। ਆਓ ਜੋ ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਜੀਵਨ ਪ੍ਰਸੰਗ ਆਪ ਜੀ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਹੋ। ਤੋ 6ਵੇਂ ਮਹੱਲੇ ਦੀ ਕਥਾ ਲੜੀ ਤਹਿਤ ਕੱਲ ਇਹ ਪ੍ਰਸੰਗ ਸਰਵਣ ਕੀਤਾ ਹੈ। ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮਹਾਰਾਜ ਲਾਹੌਰ ਪਹੁੰਚੇ ਹਨ। ਉਧਰ ਜਹਾਂਗੀਰ ਬਾਦਸ਼ਾਹ ਦੀ ਮੌਤ ਉਪਰੰਤ ਜੋ ਉਸਦਾ ਪੁੱਤਰ ਸ਼ਾਹਜਹਾਂ ਰਾਜ ਗੱਦੀ ਤੇ ਬੈਠ ਜਾਂਦਾ ਜੇ ਲਾਹੌਰ ਵਿੱਚ ਹੁੰਦਾ ਹੈ ਤੇ ਇੱਕ ਭਾਗਮਲ ਨਾਮ ਦਾ ਤਕੜਾ ਵਪਾਰੀ ਗੁਰਸਿੱਖ ਕਾਬਲ ਦੇ ਵਿੱਚ ਰਹਿਣ ਵਾਲਾ ਇੱਕ ਸੋਹਣਾ ਸੁੰਦਰ ਘੋੜਾ ਜਿਸ ਦੀ ਉਸ ਸਮੇਂ ਕੀਮਤ 1 ਲੱਖ ਰੁਪਈਆ ਹੈ ਉਹ ਖਰੀਦ ਕੇ ਗੁਰੂ ਸਾਹਿਬ ਜੀ ਦੇ ਵਾਸਤੇ ਭੇਟਾ ਕਰਨ ਲਈ ਲੈ ਕੇ ਆਉਂਦਾ ਹੈ। ਤਾਟਕ ਦਰਿਆ ਤੋਂ ਪਾਰ ਹੁੰਦਿਆਂ ਹੀ ਉੱਥੋਂ ਦਾ ਜਿਹੜਾ ਤੁਰਕ ਸੂਬਾ ਹੈ ਉਮਰਾਵ ਹੈ ਕੋਈ ਉਸਨੇ ਘੋੜੇ ਨੂੰ ਵੇਖਿਆ ਤੇ ਉਸ ਦੀ ਨੀਤ ਫਿੱਟੀ। ਇਹ ਘੋੜਾ ਅਗਰ ਬਾਦਸ਼ਾਹ ਕੋਲੇ ਸ਼ਾਹਜਹਾਂ ਕੋਲੇ ਪਹੁੰਚ ਜੇ ਨਵਾਂ ਬਾਦਸ਼ਾਹ ਬਣਿਆ ਮੇਰੇ ਤੇ ਪ੍ਰਸੰਨ ਹੋ ਕੇ ਕੋਈ ਹੋਰ ਮੈਨੂੰ ਵੱਡੀਆਂ ਉਹਦੇ ਜਗੀਰਦਾਰੀਆਂ ਬਖਸ਼ੂਗਾ ਤਾਂ ਉਸਨੇ ਜਹਾਂਗੀਰ ਬਾਦਸ਼ਾਹ ਨੂੰ ਸੁਨੇਹਾ ਭੇਜਤਾ ਕਿ ਬਾਦਸ਼ਾਹ ਬਹੁਤ ਸੁੰਦਰ ਘੋੜਾ ਹੈ ਤੂੰ ਅਗਰ ਸਿਪਾਹੀ ਕੁਝ ਭੇਜੇ ਤੇ ਇਹ ਘੋੜਾ ਤੇਰੇ ਕੋਲੇ ਪਹੁੰਚਦਾ ਕਰ ਦਈਏ। ਸ਼ਾਹਜਹਾਂ ਬਾਦਸ਼ਾਹ ਨੇ ਸਿਪਾਹੀ ਭੇਜਤੇ ਤੇ ਉਹ ਘੋੜਾ ਭਾਈ ਭਾਗਮਲ ਗੁਰਸਿੱਖ ਤੋਂ ਖੋਹ ਲਿਆਂਦਾ ਹੈ ਤੇ ਇਧਰ ਭਾਈ ਭਾਗਮਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਪਹੁੰਚਿਆ ਲਾਹੌਰ ਹੀ। ਬੇਨਤੀ ਕੀਤੀ ਵੀ ਮਹਾਰਾਜ ਮੇਰੇ ਨਾਲ ਤਾਂ ਇਹ ਹੋਈ ਮੈਂ ਤੇ ਆਪ ਜੀ ਦੇ ਦਰ ਤੇ ਭੇਟਾ ਕਰਨ ਵਾਸਤੇ ਆਇਆ ਪਰ ਸ਼ਾਹਜਹਾਨ ਦੇ ਉਮਰਾਵਾਂ ਨੇ ਦੀਆਂ ਫੌਜਾਂ ਨੇ ਘੋੜਾ ਖੋਹ ਲਿਆ।
ਇੰਨੀ ਕੀਮਤ ਦਾ ਮਹਾਰਾਜ ਭਾਵਨਾ ਨਾਲ ਮੈਂ ਤੇ ਇਹ ਸੀ ਵੀ ਤੁਸੀਂ ਅਸਵਾਰੀ ਕਰੋ। ਮਹਾਰਾਜ ਕਹਿੰਦੇ ਗੁਰਸਿੱਖਾ, ਉਹ ਸਾਡਾ ਘੋੜਾ ਸਾਡੇ ਕੋਲ ਪਹੁੰਚ ਚੁੱਕਿਆ, ਉਹਦੀ ਅਸਵਾਰੀ ਅਸੀਂ ਹੀ ਕਰਾਂਗੇ। ਐਸੀ ਖੇਡ ਵਰਤਾਈ ਕਿ ਜਦੋਂ ਸ਼ਾਹਜਹਾਂ ਕੋਲ ਘੋੜਾ ਲਿਆਂਦਾ, ਬਹੁਤ ਚੰਗੀ ਤਰ੍ਹਾਂ ਵੇਖਿਆ, ਕਹਿੰਦਾ ਇਹ 2 ਦਿਨ ਸੇਵਾ ਕਰੋ, ਮਾਲਸ਼ਾਂ ਕਰੋ, ਥਕਾਵਟ ਦੂਰ ਹੋਵੇਗੀ, ਨਾਲੇ ਨਵਾਂ ਇਹਦੇ ਵਾਸਤੇ ਦਾ ਸ਼ਿੰਗਾਰ ਕਾਠੀ ਇਤਿਆਦਿਕ ਬਣ ਜਾਵੇ। ਪਰਸੋਂ ਨੂੰ ਇਹਦੀ ਅਸਵਾਰੀ ਕਰੂੰਗਾ, ਸ਼ਿਕਾਰ ਜਾਊਂ। ਪਰ ਰਾਤ ਨੂੰ ਉਹ ਘੋੜਾ ਬਿਮਾਰ ਹੋ ਜਾਂਦਾ ਹੈ, ਇੱਕ ਲਾਤੀ ਮੂਹਰ ਦੀ ਚੁੱਕ ਕੇ ਖੜਾ ਹੈ। ਇਸ ਤਰ੍ਹਾਂ ਦੀ ਹਾਲਤ ਹੁੰਦੀ, ਨਾ ਕੁਝ ਖਾਂਦਾ ਪੀਂਦਾ ਹੈ। ਵੈਦ ਸੱਦੇ, ਸਲੋਤਰੀ ਹਕੀਮ, ਬਹੁਤ ਇਲਾਜ ਜਿਹਾ ਕਰਦੇ ਵੇਖਦੇ। 2-4 ਦਿਨ ਲੰਘ ਗਏ। ਜਦੋਂ ਇਸ ਤਰ੍ਹਾਂ 5-4 ਦਿਨ ਲੰਘੇ ਐ, ਉਹ ਤੇ ਕਮਜ਼ੋਰ ਹੋ ਗਿਆ। ਇਲਾਜ ਜਾਂ ਨਾ ਹੁੰਦਾ ਵੇਖ ਕੇ ਵੈਦਾਂ ਨੇ ਸ਼ਾਹਜਹਾਨ ਨੂੰ ਕਹਿਤਾ ਵੀ ਇਹਨੂੰ ਹੋਰ ਹੀ ਕੋਈ ਰੋਗ ਲੱਗਦਾ, ਕੋਈ ਸਮਝ ਨਹੀਂ ਆਉਂਦੀ, ਕਿਤੇ ਦੂਜੇ ਘੋੜੇ ਵੀ ਨਾ ਇਹਦੀ ਹਵਾ ਨਾਲ ਬਿਮਾਰ ਹੋ ਜਾਣ, ਇਹਨੂੰ ਬਾਦਸ਼ਾਹ ਕਿਤੇ ਤੂੰ ਦੇ ਦੇ। ਤੇ ਸ਼ਾਹਜਹਾਨ ਨੇ ਫਿਰ ਰੁਸਤਮ ਖਾਂ ਸ਼ਾਹੀ ਕਾਜੀ ਸੀ ਲਾਹੌਰ ਦਾ, ਉਹਨੂੰ ਸੱਦਿਆ, ਜੀ ਤੋਂ ਕੁਰਾਨ ਵਗੈਰਾ ਸੁਣਦਾ ਸੀ, ਫੈਸਲੇ ਕਰਵਾਉਂਦਾ ਸੀ। ਕਹਿ ਦਿੱਤਾ ਰੁਸਤਮ ਖਾਂ, ਲੈ ਤੂੰ ਲੈ ਜਾ, ਤੇਰੇ ਕਰਮਾਂ ਨੂੰ ਚਾਹੇ ਇਲਾਜ ਕਰਾ ਲਾ, ਇਹਦਾ ਰਾਜੀ ਹੋ ਜੇ, ਜਾਂ ਜਿਵੇਂ ਤੈਨੂੰ ਤੇ ਤੋਂ ਵਿਕਿਆ ਵੇਚ ਕੇ ਪੈਸੇ ਵੱਟ ਲਈ, ਮੇਰੇ ਕੰਨਿਓ ਤੈਨੂੰ ਫਰੀ। ਰੁਸਤਮ ਖਾਂ ਕਾਜੀ ਲੈ ਕੇ ਤੁਰਿਆ ਤੇ ਜਿਹੜੇ ਰਸਤੇ ਉਹਨੇ ਘਰ ਨੂੰ ਆਉਣਾ ਸੀ, ਰਸਤੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਡੇਰਾ ਹੈ। ਦੀਵਾਨ ਲੱਗਿਆ, ਮਹਾਰਾਜ ਨੇਤਰ ਬੰਦ ਕਰਕੇ ਬੈਠੇ ਨੇ। ਜਦੋਂ ਘੋੜਾ ਰਸਤੇ ਤੋਂ ਅੱਗੇੋਂ ਲੰਘਣ ਲੱਗਿਆ, ਹਿਣਕਿਆ, ਭਾਵ ਉਹਨੇ ਅਰਦਾਸ ਕੀਤੀ, ਛੇਵਾਂ ਪਾਤਸ਼ਾਹ, ਆ ਦੁਸ਼ਟ ਮੈਨੂੰ ਫਕੜੀ ਜਾਂਦੇ ਆ, ਮੈਂ ਤੇਰੇ ਦਰ ਦਾ ਭੇਟਾ ਹਾਂ। ਗੁਰੂ ਸਾਹਿਬ ਜੀ ਨੇ ਜਦੋਂ ਨਿਗਾਹ ਮਾਰ ਕੇ ਵੇਖਿਆ, ਮਹਾਰਾਜ ਕਹਿੰਦੇ ਕੌਣ ਹੈ ਜਿਹੜਾ ਘੋੜਾ ਲਈ ਜਾਂਦਾ ਹੈ? ਵੇਖ ਕੇ ਸਿੱਖ ਕਹਿੰਦੇ ਮਹਾਰਾਜ ਰੁਸਤਮ ਖਾਂ ਕਾਜੀ ਹੈ, ਲੱਗਦਾ ਹੈ ਕੋਈ ਬਿਮਾਰ ਘੋੜਾ ਹੌਲੀ ਹੌਲੀ ਲਈ ਜਾਂਦਾ ਹੈ। ਉਹ ਸਿੱਖ ਭਾਗਮੱਲ ਵੀ ਇੱਥੇ ਹੀ ਸੀ, ਉਹਨੇ ਵੀ ਵੇਖਿਆ, ਕਹਿੰਦਾ ਮਹਾਰਾਜ ਵੀ ਇਹ ਤੇ ਉਹੀ ਘੋੜਾ ਜਿਹੜਾ ਮੈਂ ਭੇਟਾ ਕਰਨ ਵਾਸਤੇ ਲਿਆਂਦਾ। ਗੁਰੂ ਸਾਹਿਬ ਨੇ ਰੁਸਤਮ ਖਾਂ ਕਾਜੀ ਨੂੰ ਸੱਦ ਲਿਆ। ਕਾਜੀ ਜੀ, ਇਹ ਘੋੜਾ ਕਿੱਥੋਂ ਲਿਆਂਦਾ? ਕਹਿੰਦਾ ਜੀ ਸ਼ਾਹਜਹਾਨ ਨੇ 1 ਲੱਖ ਰੁਪਏ ਦਾ ਖਰੀਦਿਆ ਸੀ, ਇਹ ਤਾਂ ਬਿਮਾਰ ਹੋ ਗਿਆ, ਹੁਣ ਮੈਨੂੰ ਦੇਤਾ ਬਖਸ਼ੀਸ਼ ਵਿੱਚ, ਵੀ ਚਾਹੇ ਇਲਾਜ ਕਰਾ ਲੈ ਚਾਹੇ ਵੇਚ ਲੈ। ਮਹਾਰਾਜ ਕਹਿੰਦੇ ਕਿੰਨੇ ਦਾ ਵੇਚਣਾ ਹੈ? ਉਹ ਗੁਰਸਿੱਖ ਕਹਿੰਦਾ ਮੈਂ ਤਾਂ 10,000 ਰੁਪਇਆ ਲਊਂ। ਜਿਹੜਾ ਸਿੱਖ ਸੀ ਭਾਗ ਮੰਨ ਲਓ, ਕਹਿਣ ਲੱਗਿਆ ਵੀ ਦੇਖ ਕਾਜੀ ਜੀ, ਕੋਈ ਗੱਲ ਨਹੀਂ, ਤੈਨੂੰ ਪੈਸੇ ਦੇ ਦਿਆਂਗੇ, ਜਿਹੜੇ ਹਿਸਾਬ ਨਾਲ ਤੇਰੇ ਬਾਦਸ਼ਾਹ ਨੇ ਲਿਆ ਉਸ ਹਿਸਾਬ ਨਾਲ ਕੋਈ ਨਹੀਂ, ਅਸੀਂ ਲੈ ਲਾਂਗੇ। ਘੋੜਾ ਲੈ ਲਿਆ ਤੇ ਰੁਸਤਮ ਖਾਂ ਕਾਜੀ ਨੂੰ ਇਹ ਸੀ ਕਿ ਇੱਕ ਵਾਰੀ ਇਹਨਾਂ ਨੂੰ ਫੜਾ ਦਿਆਂ ਘੋੜਾ, ਪੈਸੇ ਤਾਂ ਮੈਂ ਸ਼ਾਹੀ ਕਾਜੀ ਅੱਜ ਨਹੀਂ ਕੱਲ ਲੈ ਲੂੰ, ਕਿਤੇ ਮੁੱਕਰੀ ਨਾ ਜਾਣ। 10,000 ਰੁਪਇਆ ਕਿਤੇ ਥੋੜੀ ਬਾਤ ਤਾਂ ਹੈ ਨਹੀਂ। ਘੋੜਾ ਲਿਆ, ਇੱਧਰ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕੀਤੀ, ਪਵਿੱਤਰ ਹਸਤ ਕਮਲ ਘੋੜੇ ਤੇ ਫੇਰਿਆ, ਰਾਜੀ ਬਾਜੀ ਹੋਇਆ, ਚੰਗੀ ਖੁਰਾਕ ਖਵਾਈ। ਤਾਂ ਦੂਏ ਤੀਏ ਦਿਨ ਹੀ, ਚੌਥੇ ਦਿਨ ਹੀ ਵਧੀਆ ਸਵਾਰੀ ਲਈ ਤਿਆਰ ਹੋ ਗਿਆ। ਮਹਾਰਾਜ ਹੁਣ ਉਸ ਤੇ ਸਵਾਰੀ ਕਰਦੇ ਆ। ਤੇ ਕਾਜੀ ਜਿਹੜਾ ਹੈ ਭਾਈ ਸੰਤੋਖ ਸਿੰਘ ਜੀ ਨੇ ਇਹਨੂੰ ਬੜੇ ਵਿਸਥਾਰ ਨਾਲ ਕਥਾ ਨੂੰ ਲਿਖਿਆ। 1-2 ਗੇੜੇ ਮਾਰੇ, ਇੱਥੋਂ ਤੱਕ ਕਹਿਤਾ ਸੀ ਬਾਬਾ ਬੁੱਢਾ ਜੀ ਨੂੰ, 6ਵੇਂ ਪਾਤਸ਼ਾਹ ਨੂੰ ਕਹਿ ਦਿਓ ਕਿ ਮੈਨੂੰ ਸਿੱਧੇ ਪੈਸੇ ਦੇ ਦੇਣ, ਨਹੀਂ ਮੈਂ ਗੁਰੂ ਘਰ ਦਾ ਜਵਾਈ ਬਣ ਕੇ ਪੈਸੇ ਲਵਾਂ। ਫਿਰ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ, ਉਹ ਕਹਿੰਦੇ ਤੂੰ ਜਵਾਈ ਕੀ ਬਣਨਾ, ਜਵਾਈ ਤਾਂ ਤੇਰਾ ਬਣੂ ਗੁਰੂ। ਐਸੇ ਬਚਨ ਕਰਤੇ ਮਹਾਰਾਜ। ਕਹਿੰਦੇ ਬਾਬਾ ਬੁੱਢਾ ਇਹ ਕੀ ਬਚਨ ਕਰਤੇ? ਫਿਰ ਉਹ ਕੌਲਾਂ ਜਿਹੜੀ ਹੈ ਉਹ ਫਿਰ ਗੁਰੂ ਸਾਹਿਬ ਕੋਲੇ ਆਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਵੇਂ ਉਸ ਨਾਲ ਕੋਈ ਧਰਮ ਪਤਨੀ ਵਾਲਾ ਦਰਜਾ ਨਹੀਂ ਦਿੱਤਾ, ਪਰ ਇੱਕ ਸੰਕੇਤ ਦੇ ਦਿੱਤਾ। ਅਸਲ ਵਿੱਚ ਉਹਨੂੰ ਤੰਗ ਬਹੁਤ ਕਰਦਾ ਸੀ, ਕੁੱਟਦਾ ਮਾਰਦਾ ਸੀ, ਕਿਉਂਕਿ ਜਿਹੜੀ ਕੌਲਾਂ ਸੀ
ਉਹ ਸਾਈਂ ਮੀਆਂ ਮੀਰ ਦੀ ਸਤਸੰਗ ਕਰਦੀ ਹੁੰਦੀ ਸੀ। ਸਾਈਂ ਮੀਆਂ ਮੀਰ ਨੇ ਉਹਨੂੰ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਪਾਠ ਕਰਨ ਲਾਤਾ। ਉਹ ਕੌਲਾਂ ਰੋਜ਼ ਪਾਠ ਕਰਿਆ ਕਰੇ, ਰੁਸਤਮ ਖਾਂ ਕਾਜੀ ਕੁੱਟਿਆ ਕਰੇ। ਤੇ ਇਸ ਤਰ੍ਹਾਂ ਦੀ ਹਾਲਤ ਸੀ। ਮੈਂ ਸ਼ਾਹੀ ਕਾਜੀ ਆਂ ਤੇ ਤੂੰ ਕਾਫਰਾਂ ਦੀ ਬਾਣੀ ਪੜ੍ਹਦੀ ਐ। ਜੇ ਬਾਦਸ਼ਾਹ ਨੂੰ ਪਤਾ ਲੱਗ ਗਿਆ ਮੈਨੂੰ ਵੀ ਸਜ਼ਾ ਮਿਲੂ। ਉਹ ਮਾਰ ਕੁਟਾਈ ਵਿੱਚ ਇੱਕ ਦਿਨ ਐਸਾ ਹੋਇਆ ਵੀ ਇਹ ਨਹੀਂ ਹਟਦੀ ਤਾਂ ਇਹਨੂੰ ਮਾਰ ਹੀ ਦਈਏ। ਪਤਾ ਲੱਗਿਆ ਤੇ ਉਹ ਫਿਰ ਸਾਈਂ ਮੀਆਂ ਮੀਰ ਕੋਲ ਚਲੀ ਗਈ। ਉਹਨੂੰ ਬੇਨਤੀ ਕੀਤੀ, ਸਾਈਂ ਜੀ ਮੈਨੂੰ ਤਾਂ ਮੇਰਾ ਬਾਪ ਰੁਸਤਮ ਖਾਂ ਕਾਜੀ ਮਾਰਨ ਨੂੰ ਫਿਰਦਾ, ਦੱਸੋ ਕੀ ਕਰਾਂ ਬਾਣੀ। ਫਿਰ ਸਾਈਂ ਮੀਆਂ ਮੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਜੀ ਕਿਰਪਾ ਕਰੋ, ਇਹਦਾ ਬਾਪ ਤੇ ਇਹਨੂੰ ਮਾਰ ਦੇਵੇਗਾ, ਇਹ ਲੜਕੀ ਅੰਮ੍ਰਿਤਸਰ ਸਾਹਿਬ ਚਲੀ ਜਾਵੇ, ਤੁਹਾਡੇ ਦਰ ਤੇ ਸੇਵਾ ਕਰ ਲੂ। ਮਹਾਰਾਜ ਇਸ ਤਰ੍ਹਾਂ ਫਿਰ ਸਿੱਖ ਸੰਗਤਾਂ ਨਾਲ ਉੱਥੋਂ ਕੌਲਾਂ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਆਈ। ਇੱਥੇ ਵੀ ਇਤਿਹਾਸ ਆਪ ਜੀ ਨੇ ਦੇਖੋ, ਜਦੋਂ ਰਹਿਣ ਲੱਗੀ ਭਜਨ ਬੰਦਗੀ ਕਰਦੀ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਮਹਿਲਾਂ ਨੂੰ ਵੇਖਿਆ, ਗੁਰੂ ਸਾਹਿਬ ਦੇ ਪੁੱਤਰਾਂ ਨੂੰ ਵੇਖਿਆ, ਮਨ 'ਚ ਫੁਰਨਾ ਆ ਗਿਆ। ਮਹਾਰਾਜ ਨੂੰ ਬੇਨਤੀ ਕੀਤੀ ਸੀ ਉਸਨੇ ਕਿ ਮਹਾਰਾਜ ਮੇਰਾ ਵੀ ਇਸ ਤਰ੍ਹਾਂ ਦੀ ਭਾਵਨਾ ਹੈ ਵੀ ਮੇਰੀ ਵੀ ਗੋਦ ਵਿੱਚ ਕੋਈ ਪੁੱਤਰ ਹੋਵੇ, ਨਾਮ ਨਿਸ਼ਾਨ ਦੁਨੀਆ ਤੇ ਰਹਿ ਜਾਂਦਾ ਹੈ। ਮਹਾਰਾਜ ਕਹਿਣ ਲੱਗੇ, ਕੌਲਾਂ ਤੂੰ ਇਹ ਕੀ ਫੁਰਨਾ ਕੀਤਾ ਹੈ, ਇਹ ਤਾਂ ਸੰਸਾਰੀ ਪੁੱਤਰ ਹਨ, ਤੈਨੂੰ ਐਸਾ ਪੁੱਤਰ ਬਖਸ਼ਦੇ ਆ, ਤੇਰਾ ਨਾਮ ਰਹੂ ਫਿਰ ਕੌਲਸਰ। ਅਸਲ ਵਿੱਚ ਉਹਦਾ ਭਾਵ ਹੈ ਗੁਰੂ ਨੇ ਅਧਿਆਤਮਕ ਪੱਖ ਕੇ ਜਿਹੜਾ ਬਚਨ ਹੈ, ਕੌਲ ਨਾਮ ਬਚਨ ਦਾ ਵੀ ਹੈ ਕਿ ਗੁਰਸਿੱਖ ਨੇ ਬਚਨਾਂ ਦਾ ਪੱਕਾ ਹੋਣਾ ਹੈ, ਫਿਰ ਇਹ ਬਖਸ਼ਿਸ਼ ਕੀਤਾ। ਤੋ ਉਹ ਸਥਾਨ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਜਿੱਥੇ ਕੌਲਾਂ ਦੀ ਰਿਹਾਇਸ਼ ਸੀ। ਤੇ ਇਹ ਤਾਂ ਹੁਣ ਬਾਬਾ ਬੁੱਢਾ ਜੀ ਦਾ ਬਚਨ ਸੀ ਜੋ ਸਤਿਗੁਰਾਂ ਨੇ ਪੂਰਾ ਕਰ ਦਿੱਤਾ। ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਸਾਰੀਆਂ ਗੁਰੂ ਦੀਆਂ ਖੇਡਾਂ ਰਹੋ ਵਿਚਾਰ ਕੱਲ੍ਹ ਇਤਿਹਾਸ ਸੰਖੇਪ ਸੰਤ ਰੇਣ ਜੀ ਨੇ ਦੱਸਿਆ। ਜਦੋਂ ਫਿਰ ਉਹਨੇ ਪੈਸੇ ਮੰਗੇ, ਸਾਰੀ ਗੱਲ ਸੁਣਿਆ, ਭੇਜਤਾ ਕਾਜੀਆ, ਇਹ ਘੋੜਾ ਤਾਂ ਆਸ ਗੁਰਸਿੱਖ ਦਾ ਸੀ, ਤੇਰੇ ਬਾਦਸ਼ਾਹ ਨੇ ਖੋਇਆ, ਉਹਨੇ ਕੋਈ ਮੁੱਲ ਨਹੀਂ ਲਿਆ ਹੈ, ਕੋਈ ਪੈਸਾ ਨਹੀਂ ਲਾਇਆ, ਤੈਨੂੰ ਵੀ ਫ੍ਰੀ ਮਿਲ ਗਿਆ। ਲੈ ਤੇਰੇ ਨਾਲ ਵਾਅਦਾ ਸੀ, ਜਿਵੇਂ ਤੇਰੇ ਬਾਦਸ਼ਾਹ ਨੇ ਲਿਆ ਉਵੇਂ ਅਸੀਂ ਲੈ ਲਿਆ, ਇਸ ਕਰਕੇ ਇਹਦਾ ਕੋਈ ਪੈਸਾ ਨਹੀਂ, ਤਾਂ ਆਇਆ ਹੀ ਗੁਰੂ ਨਾਨਕ ਦੇ ਘਰ ਦੀ ਭੇਟਾ ਸੀ ਤੇ ਬਿਨਾਂ ਪੈਸੇ ਤੋਂ ਖੋਹ ਲਿਆਂਦਾ ਬਾਦਸ਼ਾਹ ਨੇ, ਤੈਨੂੰ ਵੀ ਕੋਈ ਪੈਸੇ ਤੋਂ ਬਿਨਾਂ ਹੀ ਮਿਲ ਗਿਆ, ਇਸ ਕਰਕੇ ਕਾਹਦੇ ਪੈਸਿਆਂ ਦੀ ਝਾਕ ਰੱਖਦਾ ਹੈ। ਸਤਿਗੁਰੂ ਗਰੀਬ ਨਵਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਹੈ। ਇੱਥੋਂ ਫਿਰ ਜੇ ਨਾਨਕ ਮੱਤਾ ਸਾਹਿਬ ਦਾ ਜਿਹੜਾ ਪ੍ਰਸੰਗ ਹੈ ਉਹ ਅੱਗੇ ਸੰਤ ਰੇਣ ਜੀ ਦੇ ਰਹੇ ਹੈ। ਪ੍ਰੇਮ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੰਚਮ ਗੁਰ ਕੋ ਸਿੱਖ ਇੱਕ, ਸਾਈਂ ਦਾਸ ਜਿਸ ਨਾਮ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਸਿੱਖ ਹੈ ਜਿਸ ਦਾ ਨਾਮ ਭਾਈ ਸਾਈਂ ਦਾਸ ਹੈ। ਸਾਂਢੂ ਹਰ ਗੋਬਿੰਦ ਜੀ, ਰਾਮੋ ਪਤਨੀ ਧਾਮ। ਤੇ ਉਹ ਸਾਈਂ ਦਾਸ ਰਿਸ਼ਤਾ ਵੀ ਹੈ ਗੁਰੂ ਮਹਾਰਾਜ ਨਾਲ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਂਢੂ ਹੈ। ਇਹਦੀ ਘਰ ਜਿਹੜੀ ਇਹਦੀ ਪਤਨੀ ਹੈ ਉਸ ਦਾ ਨਾਮ ਬੀਬੀ ਰਾਮੋ ਹੈ, ਭਾਵ ਜੋ ਮਾਤਾ ਦਮੋਦਰੀ ਜੀ ਹਨ ਡੱਲੇ ਨਗਰ ਨਿਵਾਸੀ, ਉਹਨਾਂ ਦੀ ਵੱਡੀ ਭੈਣ ਹੈ। ਭਾਈ ਪਾਰੋ ਪਰਮਹੰਸ ਜੀ ਦੀਆਂ ਇਹ ਪੋਤਰੀਆਂ ਹਨ ਬੀਬੀ ਰਾਮੋ ਜੀ। ਇਹ ਭਾਈ ਕੀ ਡਰੋਲੀ ਵਿਆਹੀ ਹੋਈ ਸੀ ਭਾਈ ਸਾਈਂ ਦਾਸ ਨਾਲ, ਗੁਰੂ ਮਹਾਰਾਜ ਦੇ ਦਰ ਘਰ ਦਾ ਸਿੱਖ ਸੀ। ਤੇ ਬੀਬੀ ਰਾਮੋ ਜਿਹੜੀ ਹੈ ਇੱਥੇ ਭਾਈ ਕੀ ਡਰੋਲੀ ਰਹਿ ਰਹੇ ਹਨ, ਔਰ ਉਧਰ ਮਾਤਾ ਦਮੋਦਰੀ ਜੀ ਇਉਂ ਸਕੀਆਂ ਭੈਣਾਂ ਹਨ। ਚੌਪਈ ਗ੍ਰਾਮ ਡਰੋਲੀ ਬਸੈ ਸੁਖਾਰੇ, ਇਹ ਸੁੱਖਾਂ ਸਹਿਤ ਨਗਰ ਭਾਈ ਡਰੋਲੀ ਵਿਖੇ ਵਸ ਰਹੇ ਹਨ।
ਸਤ ਸੰਗਤ ਮਹਿ ਜਿਨ ਅਤ ਪਿਆਰੇ। ਜਿਨ੍ਹਾਂ ਨੂੰ ਸਤ ਸੰਗ ਵਿੱਚ ਬਹੁਤ ਪ੍ਰੇਮ ਹੈ, ਕਈ ਬੇਰ ਗੁਰ ਦਰਸ਼ਨ ਆਏ। ਕਈ ਵਾਰ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਪਹੁੰਚੇ ਹਨ। ਨਿਜਪੁਰ ਇੱਕ ਸੁੱਠ ਮਹਿਲ ਬਣਾਏ। ਇਹ ਫਿਰ ਜਦੋਂ 6ਵੇਂ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠੇ ਐ, ਇਹਨਾਂ ਨੇ ਆਪਣੇ ਨਗਰ ਵਿੱਚ ਇੱਕ ਸੋਹਣਾ ਘਰ ਮਹਿਲ ਭਾਵ ਇੱਕ ਸੁੰਦਰ ਮਕਾਨ ਬਣਾਇਆ ਹੈ। ਦੰਪਤ ਪ੍ਰਣ ਕੀਨਸ ਇਸ ਭਾਏ। ਇਹ ਦੰਪਤੀ ਭਾਈ ਸਾਈਂ ਦਾਸ ਤੇ ਬੀਬੀ ਰਾਮੋ ਜੀ, ਭਾਵੇਂ ਹੈ ਦੇਖੋ ਉਮਰ ਵਿੱਚ ਵੀ ਬੀਬੀ ਰਾਮੋ ਵੱਡੀ ਹੈ ਮਾਤਾ ਦਮੋਦਰੀ ਤੋਂ, ਸਾਈਂ ਦਾਸ ਵੀ ਸਾਡੂ ਆ, ਉਹ ਵੀ ਵੱਡੇ ਥਾਂ, ਪਰ ਮਹਾਰਾਜ ਤੇ ਸ਼ਰਧਾ ਹੈ ਇੱਕ ਗੁਰਸਿੱਖ ਵਾਂਗ। ਇਹ ਨਹੀਂ ਕਦੇ ਸੋਚਿਆ ਵੀ ਗੁਰੂ ਹਰਗੋਬਿੰਦ ਸਾਹਿਬ ਤੇ ਮੇਰੇ ਸਾਡੂ ਆ, ਮੈਂ ਤੇ ਪਹਿਲਾਂ ਦਾ ਉੱਥੇ ਵਿਆਹਿਆ ਹੋਇਆ, ਇੱਥੇ ਬਾਅਦ ਵਿੱਚ ਇਹਨਾਂ ਦੀ ਸ਼ਾਦੀ ਹੋਈ। ਇਹ ਕੋਈ ਇਹੋ ਜਿਹੀ ਭਾਵਨਾ ਨਹੀਂ। ਸਿਰਫ ਤੇ ਸਰਵੇ ਭਾਵਨਾ ਕਿ ਅਸੀਂ ਤੇ ਗੁਰੂ ਨਾਨਕ ਦੇ ਮਹਾਰਾਜ ਦੀ ਗੁਰਤਾ ਗੱਦੀ ਦੇ ਗੁਰਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਸੇਵਕ ਹਾਂ। ਤੋ ਇਸ ਤਰ੍ਹਾਂ ਦੀ ਭਾਵਨਾ ਕਰਦੇ ਆ। ਦੰਪਤ ਪ੍ਰਣ ਕੀਨ ਇਸ ਭਾਏ ਮਕਾਨ ਬਣਾਇਆ। ਇਸ ਦੰਪਤੀ ਨੇ ਇਸ ਤਰ੍ਹਾਂ ਦਾ ਪਰਨ ਕਰ ਲਿਆ ਹੈ। ਹਰ ਗੋਬਿੰਦ ਆਵੇ ਇਸ ਥਾਏ। ਇਹ ਜਿਹੜਾ ਨਵਾਂ ਮਕਾਨ ਹੈ ਇਹਦੇ ਵਿੱਚ ਫੇਰ ਵਸਾਂਗੇ। ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਇਸ ਜਗ੍ਹਾ ਆਉਣ। ਪ੍ਰਿਥਮਹਿ ਪਾਵਨ ਪਾਹਿਨ ਪਾਏ। ਪਹਿਲਾਂ ਉਹ ਮਹਾਰਾਜ ਜੀ ਆਪਣੇ ਪਵਿੱਤਰ ਚਰਨ ਇਸ ਮਹਿਲ ਘਰ ਵਿੱਚ ਪਾਉਣ। ਪੁਨਹ ਪ੍ਰਵੇਸ਼ ਕਰੈ ਹਮ ਜਾਏ। ਫੇਰ ਅਸੀਂ ਨਵੇਂ ਘਰ ਵਿੱਚ ਜਾ ਕੇ ਪ੍ਰਵੇਸ਼ ਕਰਾਂਗੇ। ਆਸ ਪ੍ਰਾਣ ਕਰ ਦੰਪਤ ਚੱਲ ਆਏ। ਇਹੋ ਜਿਹਾ ਪਰਨ ਕਰਕੇ ਦੋਵੇਂ ਭਾਈ ਬੀਬੀ ਰਾਮੋ ਭਾਈ ਸਾਈਂ ਦਾਸ ਇਹ ਦੰਪਤੀ ਚੱਲ ਕਰਕੇ ਸ੍ਰੀ ਅੰਮ੍ਰਿਤਸਰ ਪਹੁੰਚੇ ਹਨ। ਪਗ ਪੰਕਜ ਪੁਨ ਸੀਸ ਨਿਵਾਏ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਹਨ। ਰਾਮੋ ਮਿਲੀ ਦਮੋਦਰੀ ਮਾਤਾ। ਇਹ ਬੀਬੀ ਰਾਮੋ ਜੀ ਆਪਣੀ ਛੋਟੀ ਭੈਣ ਮਾਤਾ ਦਮੋਦਰੀ ਜੀ ਨੂੰ ਮਿਲੇ ਹਨ। ਆਦਰ ਦੀਨੀ ਗੰਗਾ ਮਾਤਾ। ਮਾਤਾ ਗੰਗਾ ਜੀ ਨੇ ਸਤਿਕਾਰ ਆਦਰ ਕੀਤਾ ਹੈ। ਬੇਨਤੀ ਅਨਕ ਪ੍ਰਕਾਰ ਬਖਾਨੀ। ਅਨੇਕਾਂ ਤਰ੍ਹਾਂ ਦੇ ਨਾਲ ਇਹਨਾਂ ਬੇਨਤੀ ਕੀਤੀ ਹੈ। ਤਿਨ ਮਨ ਪ੍ਰੀਤ ਜਾਨ ਗੁਣ ਖਾਨੀ। ਇਹਨਾਂ ਦੇ ਮਨ ਦੀ ਪ੍ਰੀਤੀ ਜਾਣ ਕਰਕੇ ਫਿਰ ਗੁਣਾਂ ਦੀ ਖਾਣ ਜੋ। ਰਾਮੋ ਕੋ ਪੁਰ ਕਹਾ ਸੁਨਾਈ। ਤਾਂ ਫਿਰ ਮਾਤਾ ਗੰਗਾ ਜੀ ਨੇ ਵੀ ਕਹਿਤਾ, ਗੁਰੂ ਸਾਹਿਬ ਨੇ ਵੀ ਉਹ ਬੀਬੀ ਰਾਮੋ ਨੂੰ ਇਸ ਤਰ੍ਹਾਂ ਸੁਣਾਇਆ, ਕਿਹਾ ਹੈ। ਨਿਜ ਭਗਨੀ ਲੈ ਸੰਗ ਸਿਧਾਈ। ਕਿਹਾ ਮਹਾਰਾਜ ਕਹਿੰਦੇ ਤੂੰ ਆਪਣੀ ਭੈਣ ਨੂੰ ਲੈ ਕੇ ਨਾਲ ਚਲੀ ਜਾ। ਕੇਤਕ ਦਿਨ ਮਹਿ ਹਮ ਭੀ ਆਵੇ। ਕੁਝ ਕੁ ਦਿਨਾਂ ਤੱਕ ਅਸੀਂ ਵੀ ਪਹੁੰਚ ਜਾਵਾਂਗੇ। ਕੀਓ ਤੁਹਾਰੋ ਪ੍ਰਣ ਨਿਰਭਾਵੈ। ਜਿਹੜਾ ਤੁਹਾਡਾ ਪਰਨ ਕੀਤਾ ਉਹ ਅਸੀਂ ਪੂਰਾ ਕਰਾਂਗੇ। ਸੁਨ ਆਨੰਦ ਬਹੁ ਮਨ ਮਹਿ ਪਾਈ। ਇਹ ਸੁਣ ਕੇ ਬਹੁਤ ਮਨ ਵਿੱਚ ਆਨੰਦ ਪਾਇਆ ਹੈ। ਨਿਜ ਭਗਨੀ ਕੋ ਸੰਗ ਲਵਾਈ। ਆਪਣੀ ਭੈਣ ਨੂੰ ਨਾਲ ਲੈ ਕੇ ਬੀਬੀ ਰਾਮੋ ਮਾਤਾ ਦਮੋਦਰੀ ਜੀ ਨੂੰ ਇੱਥੋਂ ਚੱਲੇ। ਅਸਲ ਵਿੱਚ ਜੋ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਵਿਸਥਾਰ ਨਾਲ, ਜਦੋਂ ਸਾਰੀ ਤਿਆਰੀ ਕਰ ਲਈ ਹੈ, ਇਹਨਾਂ ਨੇ ਇੱਥੇ ਪਲੰਗ ਵੀ ਸਜਾਇਆ ਹੋਇਆ। ਰੋਜ਼ ਪਾਣੀ ਛਿੜਕਣਾ, ਰੋਜ਼ ਹੀ ਉਡੀਕ ਕਰਨੀ ਮਹਾਰਾਜ ਆਉਣਗੇ ਤੇ ਬਰਾਜਣਗੇ। ਤੇ ਜਦੋਂ ਜਾ ਕੇ ਬੇਨਤੀ ਕੀਤੀ, ਤਿਆਰੀਆਂ ਹੋਈਆਂ, ਕੱਲ ਨੂੰ ਚੱਲਣਾ। ਉਧਰੋਂ ਭਾਈ ਅਲਮਸਤ ਸਾਧੂ ਸੀ, ਉਹਦਾ
ਸ੍ਰੀ ਨਾਨਕ ਮੱਤਾ ਸਾਹਿਬ ਤੋਂ ਸੁਨੇਹਾ ਆ ਗਿਆ, ਮਹਾਰਾਜ ਜਿਹੜੇ ਜੋਗੀ ਆ ਤੰਗ ਕਰਦੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਸਥਾਨ ਦੀ ਬੇਅਦਬੀ ਕਰ ਰਹੇ ਨੇ। ਤੇ ਨਾਲੇ ਵੀ ਦੱਸਦਾ ਮਹਾਰਾਜ ਜੋਗੀਆਂ ਨੇ ਰਲ ਕੇ ਮੈਨੂੰ ਕੁੱਟਿਆ ਵੀ ਹੈ। ਤੇ ਮਹਾਰਾਜ ਨੇ ਫਿਰ ਆਪਣੇ ਸਤਿਕਾਰਯੋਗ ਮਾਤਾ ਗੰਗਾ ਜੀ, ਬੀਬੀ ਰਾਮੋ ਜੀ ਦੇ ਨਾਲ ਸਾਰੇ, ਮਾਤਾ ਦਮੋਦਰੀ ਜੀ, ਤੇ ਉਸ ਸਮੇਂ ਪੁੱਤਰ ਵੀ ਭਾਈ ਗੁਰਦਿੱਤਾ, ਜੋ ਸਾਰਿਆਂ ਨੂੰ ਇੱਧਰ ਨੂੰ ਤੋਰਿਆ, ਕਿਉਂਕਿ ਇਹ ਗੁਰੂ ਪਾਤਸ਼ਾਹ ਮਹਾਰਾਜ ਦੀਆਂ ਮਿਹਰਾਂ। ਸਾਰੇ ਪਰਿਵਾਰ ਨੂੰ ਕਿਹਾ ਵੀ ਤੁਸੀਂ ਚੱਲੋ, ਅਸੀਂ ਕਾਰਜ ਕਰਕੇ ਸਿੱਧੇ ਫੇਰ ਉੱਥੇ ਆਵਾਂਗੇ। ਇਉਂ ਸਤਿਗੁਰੂ ਜੀ ਕਹਿੰਦੇ ਤੁਸੀਂ ਇਹਨਾਂ ਨੂੰ ਲੈ ਜਾਓ, ਬਸੇ ਡਰੋਲੀ ਜਾ ਸੁਖ ਪਾਇਓ। ਤੇ ਉਹ ਸਾਰੇ ਜਾ ਕੇ ਡਰੋਲੀ ਨਗਰ ਬਸੇ, ਸੁਖ ਪਾਇਆ ਹੈ। ਗੁਰ ਦਰਸ਼ਨ ਹਿਤ ਮਨ ਲਲਚਾਇਓ। ਭਾਈ ਸਾਈਂ ਦਾਸ ਜੀ, ਬੀਬੀ ਰਾਮੋ ਦਾ ਹੁਣ ਗੁਰੂ ਦੇ ਦਰਸ਼ਨਾਂ ਵਾਸਤੇ ਮਨ ਲਲਚਾਉਂਦਾ ਹੈ। ਇਤੇ ਅਬ ਸੁਨੋ ਕਥਾ ਇੱਕ ਔਰ। ਇਧਰ ਹੁਣ ਕਹਿੰਦੇ ਭਾਈ ਹੋਰ ਕਥਾ ਇੱਕ ਸੁਣ ਲਵੋ। ਗੁਰ ਨਾਨਕ ਜਗ ਕੇ ਸਿਰ ਮੌਰ। ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਦੇ ਸ਼੍ਰੋਮਣੀ ਗੁਰੂ ਹਨ, ਰੀਠੇ ਮੀਠੇ ਕੀਨੇ ਜਾਹੇ। ਜਿੱਥੇ ਭਾਈ ਸਤਿਗੁਰੂ ਜੀ ਨੇ ਰੀਠਿਆਂ ਨੂੰ ਮਿੱਠਾ ਕੀਤਾ ਜਾ ਕਰਕੇ, ਨਾਨਕ ਮਤਾ ਨਾਮ ਤਹਿ ਥਾਹੇ। ਉਹ ਸਾਰੇ ਇਲਾਕੇ, ਸਾਰੇ ਸ਼ਹਿਰ ਦਾ ਨਾਮ ਹੈ ਨਾਨਕ ਮਤਾ। ਉੱਥੇ ਹੀ ਫਿਰ ਥੋੜੀ ਦੂਰ ਇਸ ਸਥਾਨ ਤੋਂ ਰੀਠਾ ਸਾਹਿਬ ਵੀ ਹੈ, ਤੋ ਜਿਸ ਦਾ ਨਾਮ ਭਾਈ ਨਾਨਕ ਮਤਾ ਸਾਹਿਬ ਹੈ। ਇੱਕ ਆਲਮਸਤ ਉਦਾਸੀ ਰਹੈ। ਉੱਥੇ ਇੱਕ ਬਾਬਾ ਆਲਮਸਤ ਨਾਮ ਦਾ ਉਦਾਸੀ ਸਾਧੂ ਰਹਿੰਦਾ ਸੀ। ਧੂਪ ਦੀਪ ਸੇਵਾ ਬਹੁਲ ਹੈ। ਮਹਾਰਾਜ ਦੇ ਸਥਾਨ ਤੇ ਧੂਪ ਦਿੰਦਾ, ਦੀਵਾ ਜਗਾਉਂਦਾ, ਬਹੁਤ ਸੇਵਾ ਕਰਦਾ ਹੈ। ਜੋਗੀ ਸਿੱਖ ਸੰਗ ਰਾਰ ਉਠਾਵੇ। ਜੋਗੀ ਹੁਣ ਈਰਖਾ ਕਰਦੇ ਸੀ, ਕਿਸੇ ਸਮੇਂ ਨੂੰ ਗੋਰਖ ਮੱਤਾ ਕਿਹਾ, ਪਰ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਫਿਰ ਨਾਨਕ ਮੱਤਾ ਧਰਤੀ 'ਚੋਂ ਆਵਾਜ਼ ਆਈ ਸੀ। ਉਹ ਪ੍ਰਸੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਪਹਿਲਾਂ ਆ ਚੁੱਕਿਆ ਹੈ। ਤੇ ਇਸ ਕਰਕੇ ਇੱਥੇ ਫਿਰ ਜੋਗੀ ਜਿਹੜੇ ਹਨ, ਜੋਗੀ ਸਿੱਖ ਸੰਗ ਰਾਰ ਉਠਾਵੇ, ਉਹ ਭਾਈ ਝਗੜਾ ਕਰਦੇ ਹਨ। ਅਨਕ ਵਿਧਨ ਕੇ ਕਸ਼ਟ ਪਾਵੇ। ਅਨੇਕਾਂ ਤਰ੍ਹਾਂ ਦੇ ਉਸ ਨੂੰ ਕਸ਼ਟ ਦੁੱਖ ਦਿੰਦੇ ਨੇ। ਚੱਲ ਤਰ ਜੋ ਗੁਰ ਹਰਾ ਕਰਾਇਓ। ਉੱਥੇ ਇੱਕ ਪਿੱਪਲ ਦਾ ਚੱਲ ਤਰ ਕੀਏ, ਪਿੱਪਲ ਦਾ ਦਰਖਤ ਸੀ ਜੋ ਗੁਰੂ ਸਾਹਿਬ ਜੀ ਨੇ ਹਰਾ ਭਰਾ ਕਰਾ ਦਿੱਤਾ ਸੀ। ਸਿੱਧ ਉਡਾਵਤ ਗੁਰੂ ਥਿਰਾਇਓ। ਸਿੱਧਾਂ ਨੇ ਤੇ ਉਹ ਪਿੱਪਲ ਨੂੰ ਉਡਾਉਣਾ ਚਾਹਿਆ, ਫਿਰ ਨਿਸ਼ਾਨੀ ਖਤਮ ਕਰ ਦਈਏ, ਗੁਰੂ ਸਾਹਿਬ ਨੇ ਇਸ਼ਾਰਾ ਕਰਤਾ। ਇਸ ਕਰਕੇ ਫਿਰ ਧਰਤੀ ਤੋਂ ਉੱਚਾ ਖੜਾ ਉਸੇ ਤਰ੍ਹਾਂ ਹੀ ਉੱਥੇ ਹੀ ਟਿਕਾ ਦਿੱਤਾ ਸੀ। ਜੋਗਨ ਮਤ ਸਾਰੇ ਐਸੇ ਕੀਨ। ਜੋਗੀਆਂ ਨੇ ਫਿਰ ਇਸ ਤਰ੍ਹਾਂ ਦੀ ਈਰਖਾ ਕੀਤੀ ਹੈ। ਚਾਲ ਤਾਰ ਗਿਰਦ ਕਾਠ ਬਹੁ ਦੀਨ। ਉਹ ਪਿੱਪਲ ਦੇ ਦਰਖਤ ਦੇ ਆਲੇ ਦੁਆਲੇ ਬਹੁਤ ਲੱਕੜਾਂ ਇਕੱਠੀਆਂ ਕਰਕੇ ਸੁੱਟੀਆਂ। ਆਗ ਲਗਾਏ ਸੁਦੀਨ ਜਰਾਏ। ਅੱਗ ਲਾ ਕੇ ਉਸ ਪਿੱਪਲ ਨੂੰ ਜਾਲ ਦਿੱਤਾ। ਬਹੁ ਅਲਮਸਤਹਿ ਮਾਰ ਉਠਾਏ। ਤੇ ਬਹੁਤ ਮਾਰ ਕੁੱਟ ਕਰਕੇ ਬਾਬਾ ਅਲਮਸਤ ਜੀ ਨੂੰ ਉੱਥੋਂ ਉਠਾ ਦਿੱਤਾ ਹੈ। ਸੰਤ ਅਲਮਸਤ ਭਰੋਸੇ ਵਾਰਾ। ਇਹ ਜੋ ਸੰਤ ਅਲਮਸਤ ਜੀ ਸਨ, ਉਦਾਸੀ ਸਾਧੂ, ਇਹ ਗੁਰੂ ਸਾਹਿਬ ਤੇ ਬਹੁਤ ਵੱਡਾ ਭਰੋਸੇ ਵਾਲੇ ਸਨ। ਬੈਠ ਗਇਓ ਢਿਗ ਅਸ ਪ੍ਰਣ ਧਾਰਾ। ਇੱਕ ਪਾਸੇ ਬੈਠ ਗਏ ਤੇ ਇਸ ਤਰ੍ਹਾਂ ਦਾ ਪ੍ਰਾਣ ਧਾਰ ਲਿਆ ਹੈ। ਇਹੋ ਥਲ ਗੁਰ ਨਾਨਕ ਕੋ ਹੈ।
ਇਹ ਜੋ ਸਥਾਨ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੈ। ਸ੍ਰੀ ਹਰਿ ਗੋਬਿੰਦ ਤਿਨ ਥਲ ਬਹਿ, ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੁਣ ਉਹਨਾਂ ਦੇ ਸਥਾਨ ਤੇ ਬਿਰਾਜਮਾਨ ਨੇ। ਜੇ ਆਵੇ ਨਿਜ ਥਾਨ ਸੰਭਾਰੈ, ਜੇ ਉਹ ਆ ਕੇ ਆਪਣੇ ਸਥਾਨ ਦੀ ਹੁਣ ਸੰਭਾਲ ਕਰਨ। ਦੇਹ ਦੰਡ ਜੋਗਨ ਮਤ ਮਾਰੈ, ਇਹ ਜੋਗੀ ਜਿਨ੍ਹਾਂ ਦੀ ਮੱਤ ਮਾਰੀ ਗਈ ਹੈ ਇਹਨਾਂ ਨੂੰ ਦੰਡ ਦੇਣ। ਤਉ ਜੀਵਨ ਅਬ ਹੋਏ ਹਮਾਰੋ, ਇਹ ਪਰਨ ਕਰ ਲਿਆ ਵੀ ਫੇਰ ਹੀ ਮੇਰਾ ਜਿਉਣਾ ਹੋਵੇਗਾ। ਨਾਹੇ ਤਾਂ ਚੱਲ ਤਾਰ ਸਮ ਤਨ ਜਾਰੋ, ਨਹੀਂ ਤਾਂ ਫਿਰ ਮੈਂ ਆਪਣਾ ਸਰੀਰ ਪਿੱਪਲ ਵਾਂਗੂ ਜਾਲ ਲਵਾਂਗਾ। ਆਸ ਪ੍ਰਾਣ ਠਾਨ ਬੈਠ ਤਹਿ ਥਾਨ, ਇਸ ਤਰ੍ਹਾਂ ਦਾ ਪਰਨ ਕਰਕੇ ਉਸ ਜਗ੍ਹਾ ਤੇ ਸੰਤ ਅਲਮਸਤ ਜੀ ਬਹਿ ਗਏ ਹਨ। ਸ੍ਰੀ ਹਰਿ ਗੋਬਿੰਦ ਜਾਨੀ ਜਾਨ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਾਣੀ ਜਾਣ ਪਾਤਸ਼ਾਹ। ਪ੍ਰੇਮ ਬਸੀ ਹੋਇ ਰਹਿ ਨਾ ਜਨਾਈ, ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪ੍ਰੇਮ ਦੇ ਵਸ ਹੋ ਰਹੇ ਹਨ। ਮਹਾਰਾਜ ਨੇ ਰਹਿ ਨਹੀਂ ਸਕੇ ਫਿਰ। ਕੇਤਕ ਸੈਨ ਲੈ ਸੰਗ ਸਿਧਾਏ, ਕੁਝ ਕੁ ਗੁਰਸਿੱਖਾਂ ਦੀ ਫੌਜ ਲੈ ਕੇ ਨਾਲ ਮਹਾਰਾਜ ਚੱਲ ਪਏ। ਦਿਵਸ ਚੱਲੇ ਨਿਸ਼ ਥਿਤ ਹੋਇ ਸੁਆਮੀ, ਦਿਨ ਦੇ ਸਮੇਂ ਤੁਰੇ ਜਾਂਦੇ ਚੱਲਦੇ, ਰਾਤ ਨੂੰ ਸਤਿਗੁਰੂ ਮਾਲਕ ਟਿਕ ਜਾਂਦੇ ਨੇ। ਆਨਕ ਨਰਨ ਮਗ ਪੂਰਹਿ ਕਾਮੀ, ਅਨੇਕਾਂ ਪ੍ਰਾਣੀਆਂ ਦੀਆਂ ਰਸਤੇ ਵਿੱਚ ਕਾਮਨਾ ਪੂਰੀਆਂ ਕਰਦੇ ਨੇ। ਪਹੁੰਚ ਪਹੋਏ ਕੀਨ ਇਸ਼ਨਾਨ, ਤੇ ਫਿਰ ਪਹੋਏ ਦੀ ਧਰਤੀ ਤੇ ਪਹੁੰਚੇ ਹੈ। ਰਾਤ ਪਈ ਟਿਕੇ, ਸਵੇਰੇ ਉੱਠੇ ਇਸ਼ਨਾਨ ਕੀਤਾ। ਅਨਕ ਗਰੀਬਾਂ ਦੀਨ ਸਦਾਨ, ਅਨੇਕਾਂ ਕਿਉਂਕਿ ਪ੍ਰਾਣਾ ਤੀਰਥ ਸੀ ਪਹੋਆ, ਬਹੁਤ ਗਰੀਬ ਲੋਕ ਆ ਗਏ। ਮਹਾਰਾਜ ਕਿਰਪਾ ਕਰੋ, ਇਸ ਦਾਨ ਦੇ ਆਸਰੇ ਪਾਲਣ ਵਾਲੇ ਆ। ਤਾਂ ਮਹਾਰਾਜ ਨੇ ਬਹੁਤ ਗਰੀਬਾਂ ਨੂੰ ਦਾਨ ਦਿੱਤਾ ਹੈ। ਗੜ ਗੰਗਾ ਕੇ ਪੰਥ ਪਧਾਰੇ, ਤਾਂ ਗੜ ਗੰਗਾ ਦਾ ਰਸਤਾ ਜਿਹੜਾ ਉਧਰ ਵੱਲ ਨੂੰ ਸਤਿਗੁਰੂ ਚੱਲ ਪਏ ਹਨ। ਚੱਲੇ ਜਾਤ ਤੂਰਨ ਤਾ ਧਾਰੇ, ਚੱਲੇ ਜਾ ਰਹੇ ਐ ਤੂਰਨ ਤੱਕ, ਇਹ ਚੁੱਪ ਧਾਰੀ ਹੈ। ਸਿੱਖ ਪ੍ਰੇਮੀ ਜਹ ਕਹਿ ਜਿਨ ਬਾਸਾ, ਜਿਹੜੇ ਪ੍ਰੇਮੀ ਸਿੱਖ ਹੈ ਜਿੱਥੇ ਕਿਥੇ ਵੀ ਜਿਨ੍ਹਾਂ ਦਾ ਬਾਸਾ ਹੈ। ਸੁਨਹਿ ਗੁਰੂ ਆਵਹਿ ਸੁਖ ਰਾਸਾ, ਜਦੋਂ ਸੁਣਦੇ ਨੇ ਕਿ ਸੁੱਖਾਂ ਦੀ ਰਾਸ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ ਹਨ। ਨਿਕਟ ਨਿਕਟ ਜੇ ਗ੍ਰਾਮ ਅਨੇਕ, ਜਿਹੜੇ ਭਾਈ ਨੇੜੇ ਨੇੜੇ ਹੋਰ ਅਨੇਕਾਂ ਪਿੰਡ ਹਨ। ਦਰਸਹਿ ਸਤਿਗੁਰ ਲਹੈ ਬਿਬੇਕ, ਉਹ ਸਭ ਲੋਕ ਆਉਂਦੇ ਨੇ ਮਹਾਰਾਜ ਦੇ ਦਰਸ਼ਨ ਕਰਦੇ ਆ, ਗਿਆਨ ਦੀ ਪ੍ਰਾਪਤੀ ਕਰਦੇ ਹਨ। ਅਨਕ ਵਿਧਨ ਕੀ ਭੇਟ ਚੜਾਵੇ, ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਸਤਿਗੁਰੂ ਜੀ ਨੂੰ ਚੜਾਉਂਦੇ ਹਨ। ਸੇਵਾ ਕਰ ਮਨ ਹਰਖ ਬਢਾਵੇ, ਸੇਵਾ ਕਰਦੇ ਹਨ, ਮਨ ਵਿੱਚ ਖੁਸ਼ੀ ਵਧਾਉਂਦੇ ਨੇ। ਇਮ ਗਮਨਤ ਪਹੁੰਚੇ ਗੜ ਗੰਗਾ, ਇਸ ਤਰ੍ਹਾਂ ਚੱਲਦੇ ਚੱਲਦੇ ਸਤਿਗੁਰੂ ਜੀ ਗੜ ਗੰਗਾ ਪਹੁੰਚੇ ਹੈ, ਹਰਿਦੁਆਰ ਨੂੰ ਪਹੁੰਚੇ ਹਨ। ਕੀਨ ਇਸ਼ਨਾਨ ਦਾਨ ਦੇ ਚੰਗਾ, ਇੱਥੇ ਵੀ ਮਹਾਰਾਜ ਦਾ ਸਥਾਨ ਸਨ, ਗੁਰਸਿੱਖ ਸੀ। ਸਤਿਗੁਰੂ ਰਾਤ ਰੁਕੇ, ਸਵੇਰ ਵੇਲੇ ਇਸ਼ਨਾਨ ਕੀਤਾ। ਫਿਰ ਜਿਹੜੇ ਪੁਜਾਰੀ ਹੋਰ ਸਭ ਆ ਗਏ, ਉਹਨਾਂ ਨੂੰ ਵੀ ਚੰਗਾ ਦਾਨ ਦਿੱਤਾ ਹੈ। ਪੁਨ ਸ੍ਰੀ ਨਾਨਕ ਮਤੇ ਸਥਾਨ, ਫਿਰ ਭਾਈ ਸ੍ਰੀ ਨਾਨਕ ਮੱਤਾ ਸਾਹਿਬ ਜੀ ਦਾ ਜੋ ਸਥਾਨ ਹੈ। ਜਾਏ ਪਹੁੰਚੇ ਕਿਰਪਾ ਨਿਧਾਨ, ਕਿਰਪਾ ਦੇ ਖਜ਼ਾਨੇ ਸਤਿਗੁਰੂ ਉਸ ਸਥਾਨ ਤੇ ਜਾ ਪਹੁੰਚੇ। ਉਤਰਿਓ ਡੇਰਾ ਤੁਰੰਗ ਲਗਾਈ,
ਤੁਰਗ ਨਾਮ ਹੈ। ਉਤਰਿਓ ਡੇਰਾ ਤੁਰਗ ਲਗਾਏ। ਤੁਰਗ ਤੰਬੂ ਨੂੰ ਕਹਿੰਦੇ ਐ। ਉੱਥੇ ਉਤਰੇ ਹਨ, ਡੇਰਾ ਲਾਇਆ, ਤੰਬੂ ਲਾਏ ਹਨ। ਇਤ ਉਤ ਸੁਭਟ ਫਿਰਤ ਸਮਦਾਏ। ਇਧਰ ਉਧਰ ਨੂੰ ਜਦੋਂ ਸੂਰਮੇ ਸਾਰੇ ਫਿਰੇ ਤੁਰੇ ਹਨ। ਇੱਕ ਕੰਨ ਪਾਟੇ ਬੂਝਨ ਕੀਨੇ। ਹੁਣ ਗੁਰਸਿੱਖ ਸ਼ਸਤਰ ਧਾਰੀ ਹੈ, ਸਰੀਰ ਤੇ ਸ਼ਸਤਰ, ਘੋੜਿਆਂ ਤੇ ਸਵਾਰ ਹੈ। ਇੱਕ ਕੰਨ ਪਾਟੇ ਜੋਗੀ ਨੇ ਪੁੱਛਿਆ ਹੈ, ਕੋ ਸਰਦਾਰ ਆਏ ਭਟ ਲੀਨੇ। ਕਿਹੜਾ ਕੋਈ ਫੌਜਾਂ ਦਾ ਸਰਦਾਰ ਆਇਆ ਜੋ ਇੰਨੇ ਸੂਰਮੇ ਨਾਲ ਲਿਆਇਆ ਹੈ। ਸਿੱਖਨ ਕਹਿਓ ਸਾਚ ਪਾਤਸ਼ਾਹੂ। ਸਿੱਖ ਕਹਿੰਦੇ ਜੋਗੀ ਆਏ ਤੇ ਸੱਚੇ ਪਾਤਸ਼ਾਹ ਹਨ। ਸ੍ਰੀ ਹਰਿ ਗੋਬਿੰਦ ਗੁਰ ਦੁਖ ਦਾਹੂ। ਜਿਨ੍ਹਾਂ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੈ, ਜੋ ਕਿ ਸਤਿਗੁਰੂ ਜੀ ਦੁੱਖਾਂ ਦਾ ਦਾਹ ਕਰਨ ਵਾਲੇ ਹਨ। ਸੁਨ ਕਰ ਜੋਗੀ ਭਾਜ ਪਧਾਰੇ। ਜਦੋਂ ਜੋਗੀਆਂ ਨੂੰ ਪਤਾ ਲੱਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਆ ਗਏ ਤੇ ਸੁਣ ਕੇ ਸਾਰੇ ਭੱਜ ਉੱਠੇ ਹਨ। ਨਹਿ ਬੰਦੇ ਹਮ ਕੋ ਡਰ ਧਾਰੇ। ਇਹ ਸੋਚ ਕੇ ਕਿਤੇ ਸਾਨੂੰ ਬੰਨ ਹੀ ਨਾ ਲੈਣ ਮਹਾਰਾਜ, ਮਨ ਵਿੱਚ ਡਰਦੇ ਪਹਿਲਾਂ ਹੀ ਦੌੜ ਗਏ। ਸਿੱਖ ਕੀ ਦਸ਼ਾ ਸੁਨੋ ਜਿਮ ਹੋਈ। ਇਧਰ ਸੰਤ ਆਲਮਸਤ ਜੀ ਉਸ ਗੁਰਸਿੱਖ ਦੀ ਜਿਹੜੀ ਹਾਲਤ ਦਸ਼ਾ ਉਹ ਜਿਵੇਂ ਹੋਈ ਸੁਣੋ। ਗੁਰੂ ਧਿਆਨ ਮਹਿ ਥਿਰ ਹੈ ਸੋਈ। ਉਹ ਸਤਿਗੁਰੂ ਜੀ ਦੇ ਧਿਆਨ ਵਿੱਚ ਬੈਠਾ ਹੈ। ਨਹਿ ਸਰੀਰ ਕੀ ਸੁਧ ਕਿਸ ਭਾਏ। ਉਸੇ ਤਰ੍ਹਾਂ ਵੀ ਉਸ ਨੂੰ ਕੋਈ ਸਰੀਰ ਦੀ ਸੋਝੀ ਨਹੀਂ। ਰੈਨ ਦਿਵਸ ਗੁਰ ਦਰਸ਼ਨ ਚਾਏ। ਉਹ ਤੇ ਰਾਤ ਦਿਨ ਗੁਰੂ ਸਾਹਿਬ ਦੇ ਦਰਸ਼ਨ ਚਾਹੁੰਦਾ ਹੈ। ਸਤਿਗੁਰ ਉਤਰੇ ਸ਼ਸਤਰ ਉਤਾਰੇ। ਸਤਿਗੁਰੂ ਘੋੜੇ ਤੋਂ ਉਤਰੇ ਜਾ ਸ਼ਸਤਰ ਉਤਾਰੇ ਹਨ। ਜਾਏ ਠਾੜ ਤਿਸ ਕੁਟੀ ਅਗਾਰੇ। ਜਾ ਕੇ ਉਹਦੀ ਕੁਟੀਆ ਦੇ ਅੱਗੇ ਸਤਿਗੁਰੂ ਖੜ ਗਏ। ਖੁੱਲੇ ਅਚਾਨਕ ਸਿੱਖ ਕੇ ਨੈਣ। ਸੰਤ ਅਲਮਸਤ ਜੀ ਦੇ ਅਚਾਨਕ ਜਦੋਂ ਨੇਤਰ ਖੁੱਲੇ ਹਨ। ਪਿੱਖੇ ਅਗਾਰੀ ਗੁਰ ਗਤ ਦੈਨ। ਤਾਂ ਸਾਹਮਣੇ ਖੜੇ ਮੁਕਤੀ ਦਾਤੇ ਸਤਿਗੁਰੂ ਜੀ ਨੂੰ ਵੇਖਿਆ ਹੈ। ਤਤ ਛੇਨੇ ਉੱਠ ਪੱਗ ਪਰ ਲਪਟਾਇਓ। ਤੁਰੰਤ ਉੱਠਿਆ ਤੇ ਸਤਿਗੁਰੂ ਦੇ ਚਰਨਾਂ ਨਾਲ ਲਿਪਟ ਗਿਆ ਹੈ। ਮਾਨੋ ਭੌਰ ਕਮਲ ਪਰ ਆਇਓ। ਮਾਨੋ ਭੌਰਾ ਕਮਲ ਦੇ ਫੁੱਲ ਤੇ ਆ ਗਿਆ ਹੋਵੇ। ਹੱਥ ਜੋੜ ਭਾਸਨ ਮੁਖ ਠਾਡੋ। ਹੱਥ ਜੋੜ ਕੇ ਸਤਿਗੁਰਾਂ ਅੱਗੇ ਖੜ ਗਿਆ ਹੈ। ਕਰਤ ਸੋ ਜਸ ਕੋ ਆਨੰਦ ਬਾਢੋ। ਗੁਰੂ ਸਾਹਿਬ ਦਾ ਜਸ ਕਰਦਾ ਤੇ ਬਹੁਤ ਆਨੰਦ ਵਧਿਆ ਹੈ। 14 ਲੋਕਹਿ ਘਟ ਘਟ ਅੰਤਰ। ਜੋ 14 ਲੋਕਾਂ ਵਿੱਚ ਤੇ ਸਾਰੇ ਘਟਾਂ ਘਟਾਂ ਦੇ ਅੰਦਰ ਦੀ ਸਭ ਸੁਧ ਜਾਣਤ ਸਦਾ ਨਿਰੰਤਰ। ਕਹਿਣਾ ਵੀ ਸਭ ਕੁਝ ਦੀ ਸੋਝੀ ਜਾਣਨ ਵਾਲੇ ਹਨ। ਲਗਾਤਾਰ ਸਭ ਦੇ ਅੰਦਰ ਦੀ ਮਹਾਰਾਜ ਜਾਣਦੇ ਨੇ। ਇੱਕ ਮਮ ਘਟ ਕੀ ਲਖ ਕਰ ਆਏ। ਆ ਦੇਖੋ, ਇੱਕ ਮੇਰੇ ਹਿਰਦੇ ਦੀ ਜਾਣ ਕੇ ਸਤਿਗੁਰੂ ਜੀ ਪਹੁੰਚੇ ਹਨ। ਨਹਿ ਅਚਰਜ ਤੁਮ ਤੇ ਬਨ ਆਏ। ਇਸ ਤਰ੍ਹਾਂ ਦਾ ਅਚਰਜ ਮਹਾਰਾਜ ਤੁਹਾਤੋਂ ਬਿਨਾ ਕੋਈ ਨਹੀਂ ਬਣਾ ਸਕਦਾ। ਬਹੁ ਸਿੱਖਨ ਕੇ ਭਏ ਸਹਾਏ। ਇਉਂ ਤੁਸੀਂ ਤੇ ਬਹੁਤ ਸਿੱਖਾਂ ਦੀ ਕੋਈ ਅਚਰਜ ਵਾਲੀ ਗੱਲ ਨਹੀਂ ਹੈ ਕਿ ਗੁਰੂ ਸਾਹਿਬ ਆਏ। ਅਚਰਜ ਵਾਲੀ ਤਾਂ ਹੋਈ ਜੇ ਕਿਤੇ ਪਹਿਲਾਂ ਹੋਈ ਨਾ ਹੋਵੇ। ਤੁਸੀਂ ਤਾਂ ਮਹਾਰਾਜ ਪਹਿਲਾਂ ਵੀ ਬਹੁਤ ਸਿੱਖਾਂ ਦੇ ਸਹਾਇਕ ਹੋਏ ਹੋ। ਕਾਠ ਭਗਤੀ ਸਾਰ ਬਨਾਏ। ਤੇ ਮਹਾਰਾਜ ਜੀ ਕਾਠ ਭਗਤੀ ਸਾਰ, ਇਉਂ ਲੱਕੜ ਦੀ ਤਲਵਾਰ ਵਾਂਗ ਕਾਠ ਭਗਤੀ ਸਾਰ ਬਣਾਏ। ਆਪਣਾ ਜਿਹੜਾ ਹੈ ਸਰੂਪ ਬਣਾਇਆ ਹੈ।
रूप खष्ट में सिखन सहाई। ये जिहड़ी काठ ये तां तलवार है, ये तां भगती रूपी श्रेष्ठ बनाई है। रूप खष्ट में छेवां रूप है सिखां दे सहायक हो। उपमा मुख ते बरन न जाई। महाराज तुहाडी जिहड़ी उपमा है मुख तो कही नहीं जा सकदी। मोहे दीन पर करना तरकै। मेरे गरीब दे उत्ते महाराज तुसी किरपा धार के मार्ग दूर उलंघन करकै। एडी दूरों तुसी महाराज मार्ग चल के आए हो। भये सहायक अंतरजामी। अंतरजामी पातशाह तुसी मेरे सहायक होए। नमो नमो पग पर तोहे स्वामी। हे मालिक जी तुहाडे चरनां ते न बार-बार नमस्कार होवे। श्री हर गोबिंद भये प्रसन्न। श्री गुरु हरगोबिंद साहिब जी प्रसन्न हो गए। कहियो सिख तू अह अनन। कहा भी तू साडा अनन सिख है। अनन सिख कहंदे ने ਉਹ सिख ਜਿਹਦਾ ਇੱਕ ਤੇ ਭਰੋਸਾ ਹੈ, ਉਹਨੂੰ ਅਨਨ ਸਿੱਖ ਕਿਹਾ ਹੈ। ਕਹੋ ਅਲ ਮਸਤ ਗਾਤ ਕੁਸ ਰਾਤ। ਮਹਾਰਾਜ ਕਹਿੰਦੇ ਐ ਸੰਤ ਅਲ ਮਸਤ 10 ਭਾਈ ਆਪਣੀ ਹਾਲਤ ਕੇ ਸੁਖ ਹੈ। ਕਿਮ ਕੰਨ ਪਾਟਨ ਕੀਐ ਉਤਪਾਤ। ਆ ਕਿਵੇਂ ਜਿਹੜੇ ਕੰਨ ਪਾਟੇ ਜੋਗੀ ਇਹਨਾਂ ਨੇ ਐਸਾ ਉਤਪਾਤ ਜਿਹਾ ਕੀਤਾ ਹੈ। ਸੁਣ ਅਲ ਮਸਤ ਗੁਰੂ ਸੰਗ ਲੀਨਾ। ਤਾਂ ਸੁਣ ਕੇ ਸੰਤ ਅਲ ਮਸਤ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਨਾਲ ਲਿਆ ਹੈ। ਚੱਲ ਤਰ ਜਰਿਓ ਦਿਖਾਵਨ ਕੀਨਾ। ਉਹ ਪਿੱਪਲ ਦਾ ਦਰਖਤ ਜਲਿਆ ਹੋਇਆ ਮਹਾਰਾਜ ਨੂੰ ਦਿਖਾਇਆ ਹੈ। ਅਰ ਸਗਰੋ ਬਿਰਤਾਂਤ ਸੁਨਾਇਓ। ਫਿਰ ਸਾਰਾ ਬਿਰਤਾਂਤ ਸੁਣਾਇਆ। ਮਹਾਰਾਜ ਈਰਖਾ ਕਰਦੇ ਸੀ ਇਹ ਤਾਂ ਸਾਡੇ ਗੁਰੂ ਗੋਰਖ ਦੀ ਜਗ੍ਹਾ ਹੈ ਤੇ ਮੈਂ ਕਹਿੰਦਾ ਸੀ ਮੇਰੇ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ। ਉਹ ਈਰਖਾ ਕਰਦਿਆਂ ਮੈਨੂੰ ਵੀ ਕੁੱਟਿਆ। ਆ ਨਿਸ਼ਾਨੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਥੱਲੇ ਮਹਾਰਾਜ ਬੈਠੇ। ਉਸ ਸਮੇਂ ਜੋਗੀਆਂ ਨੇ ਉਡਾਉਣਾ ਚਾਹਿਆ। ਉਹਦੀਆਂ ਜੜਾਂ ਜਦੋਂ ਧਰਤੀ ਤੋਂ ਬਾਹਰ ਨੂੰ ਨਿਕਲਣ ਲੱਗੀਆਂ ਉੱਚੀਆਂ ਹੋਈਆਂ, ਮਹਾਰਾਜ ਨੇ ਨਿਗਾਹ ਕਰਤੀ, ਉੱਥੇ ਹੀ ਖੜ ਗਿਆ। ਫਿਰ ਉਹ ਪਿੱਪਲ ਦਾ ਦਰਖਤ ਗੁਰਮੁਖੋ ਧਰਤੀ ਤੋਂ ਉਵੇਂ ਜੜਾਂ ਉੱਚੀਆਂ ਰਹੀਆਂ ਉਸ ਦੀਆਂ ਤੇ ਉਹਦੀਆਂ ਐ ਜੜਾਂ ਵਿੱਚ ਲੱਗੀਆਂ ਤੇ ਉੱਚਾ ਭਾਵ ਉਹ ਜਿਹੜਾ ਉਸ ਤਰ੍ਹਾਂ ਹੋਇਆ। ਫਿਰ ਉਹ ਸਮੇਂ 6ਵੇਂ ਪਾਤਸ਼ਾਹ ਮਹਾਰਾਜ ਸਮੇਂ ਉਹਨਾਂ ਵੇਖਿਆ ਵੀ ਹੁਣ ਤੇ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਹੋ ਗਏ ਆ। ਭਾਵੇਂ ਕਿ ਜਿਹੜੇ ਜੋਗੀ ਆ ਉਹ ਚਰਚਾ ਕਰਨ ਆਉਂਦੇ ਰਹੇ ਆ, 6ਵੇਂ ਪਾਤਸ਼ਾਹ ਤੱਕ ਪਹੁੰਚਦੇ ਰਹੇ। ਮਹਾਰਾਜ ਦੇ ਗੁਰੂ ਘਰ ਦੇ ਵਿੱਚੋਂ ਉਪਦੇਸ਼ ਬਹੁਤ ਲਿਆ ਜੋਗੀਆਂ ਨੇ ਤੇ ਜੋਗੀਆਂ ਦਾ ਸੰਬੰਧ ਗੁਰੂ ਘਰ ਦੇ ਨਾਲ ਬਹੁਤ ਰਿਹਾ ਹੈ। ਪਰ ਉਹ ਫਿਰ ਵੀ ਜਿਹੜੀ ਈਰਖਾ ਹੈ ਉਹ ਜਾਂਦੀ ਨਹੀਂ। ਉਹਨਾਂ ਕਿਹਾ ਅਸੀਂ ਇਹ ਨਿਸ਼ਾਨੀਆਂ ਹੀ ਖਤਮ ਕਰ ਦਿੰਨੇ ਆ। ਲੱਕੜਾਂ ਸੁੱਟ ਕੇ ਅੱਗ ਲਾਤੀ ਤੇ ਪਿੱਪਲ ਦਾ ਦਰਖਤ ਜਾਂ ਮਚਾਤਾ। ਇਧਰ ਸੰਤ ਅਲਮਸਤ ਜੀ ਨੂੰ ਕੁੱਟਿਆ। ਅਰ ਸਗਰੋ ਬਿਰਤਾਂਤ ਸੁਣਾਏ। ਸਾਰਾ ਬਿਰਤਾਂਤ ਮਹਾਰਾਜ ਨੂੰ ਦੱਸਿਆ ਹੈ। ਸ੍ਰੀ ਗੁਰ ਤਿਸ ਤਬ ਧੀਰਜ ਦਾਇਓ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਉਸ ਨੂੰ ਧੀਰਜ ਦਿੱਤਾ ਹੈ। ਇਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥੇ ਖਸ਼ਟਮ ਮਹੱਲੇ। ਇੱਥੇ ਤੱਕ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਦੇ ਜੋ 6ਵੇਂ ਮਹੱਲੇ ਦੀ ਕਥਾ ਹੈ। ਸ੍ਰੀ ਗੁਰੂ ਨਾਨਕ ਮੱਤੇ ਗਮਨ ਪ੍ਰਸੰਗ ਵਰਣਨ। ਮਹਾਰਾਜ ਨਾਨਕ ਮੱਤਾ ਸਾਹਿਬ ਗਏ। ਇਹ ਪ੍ਰਸੰਗ ਵਰਣਨ ਕੀਤਾ। ਨਾਮ 13ਵਾਂ ਮੰਦਰ ਹੈ। 13ਵੇਂ ਘਰ ਦਾ ਪ੍ਰਸੰਗ ਹੈ। ਦੋਹਰਾ। ਸ੍ਰੀ ਗੁਰ ਹਰਗੋਬਿੰਦ ਜੀ ਬੈਠ ਗਏ ਤੇ ਥਾਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਉਸ ਸਥਾਨ ਤੇ ਬੈਠ ਗਏ। ਫਰਸ਼ ਸੋ ਰੋਚਰ ਕਰਾਇਓ ਲਾਇਓ ਸ਼ੁਭ ਦੀਵਾਨ। ਸੋਹਣੇ ਸੁੰਦਰ ਫਰਸ਼ ਕਰਾਤੇ
ਤੇ ਸ਼ੁਭ ਦੀਵਾਨ ਮਹਾਰਾਜ ਨੇ ਲਾਇਆ। ਚੌਪਈ ਕੀਰਤਨ ਹੋਣ ਲੱਗਿਓ ਤੇਹ ਕਾਲਾ, ਉਸ ਸਮੇਂ ਕੀਰਤਨ ਹੋਣ ਲੱਗਿਆ। ਸੁਨੈ ਸੁਭਟ ਸਭ ਆਏ ਵਿਸਾਲਾ, ਸਾਰੇ ਸੂਰਮੇ ਤੇ ਹੋਰ ਬਹੁਤ ਕੁਝ ਸੰਗਤਾਂ ਆਲੇ ਦੁਆਲਿਓਂ ਆਈਆਂ ਸੁਣਨ ਲੱਗੇ। ਸਿੱਖ ਕੇਤਕ ਗ੍ਰਾਮਨ ਮਹਿ ਗਏ, ਸਿੱਖ ਕੁਝ ਪਿੰਡਾਂ ਵਿੱਚ ਗਏ ਹਨ। ਸਭ ਬਿਧ ਰਸਤ ਲਿਆਵਤ ਭਏ, ਸਾਰੇ ਤਰ੍ਹਾਂ ਦੀ ਰਸਤ ਲਿਆਂਦੀ ਹੈ। ਸੋਦਰ ਕੀ ਚੌਂਕੀ ਥਿਰ ਸੁਣੀ, ਬੈਠ ਕੇ ਸੋਦਰ ਦੀ ਚੌਂਕੀ ਸੁਣੀ, ਭਾਵ ਰਹਿਰਾਸ ਹੋਈ। ਜਿਸ ਮਹਿ ਮਹਿਮਾ ਗੁਰ ਹਰ ਭਨੀ, ਜਿਸ ਦੇ ਵਿੱਚ ਭਾਈ ਗੁਰੂ ਪਰਮੇਸ਼ਰ ਦੀ ਮਹਿਮਾ ਹੈ। ਚਲ ਤਰ ਪ੍ਰਥਮ ਸਤੁਲ ਚਹਿ ਕਰਿਓ, ਤੋ ਉਸ ਦਰਖਤ ਦੇ ਨੂੰ ਜਿਹੜਾ ਪਿੱਪਲ ਦਾ ਦਰਖਤ ਨੂੰ ਪਹਿਲਾਂ ਦੀ ਤਰ੍ਹਾਂ ਸਹਿਤ ਤੁਲ ਭਾਵ ਕਹੀਏ ਪਹਿਲਾਂ ਦੀ ਤਰ੍ਹਾਂ ਫਿਰ ਮਹਾਰਾਜ ਨੇ ਕਰਨਾ ਚਾਹਿਆ। ਦਲ ਸੋ ਕਲਤ ਹੁਤੋ ਜਿਮ ਹਰਿਓ, ਜਿਵੇਂ ਭਾਈ ਉਹ ਮਹਾਰਾਜ ਨੇ ਕਿਰਪਾ ਕੀਤੀ ਮਚਾ ਦਿੱਤਾ ਸੀ, ਕਾਲੇ ਤੋਂ ਫਿਰ ਜਿਵੇਂ ਹਰਾ ਭਰਾ ਕੀਤਾ। ਨਿਰਮਲ ਜਲ ਪਾਵਨ ਅਨਵਾਵਾ, ਤਾਂ ਫਿਰ ਮਹਾਰਾਜ ਨੇ ਨਿਰਮਲ ਭਾਵ ਸਾਫ ਜਲ ਮੰਗਵਾਇਆ ਹੈ। ਕਹਿ ਕਰ ਕੁੰਕਮ ਕੋ ਘਸਵਾਵਾ, ਤੇ ਕਹਿ ਕੇ ਕੇਸਰ ਜਿਹੜਾ ਹੈ ਘਸਵਾਇਆ ਹੈ, ਕੇਸਰ ਪਾਣੀ ਵਿੱਚ ਮਿਲਾਇਆ। ਆਪ ਖੜੇ ਹੋਏ ਕਰ ਮਹਿ ਧਾਰਿਓ, ਫਿਰ ਮਹਾਰਾਜ ਆਪ ਖੜੇ ਹੋ ਗਏ, ਜਲ ਆਪਣੇ ਹੱਥ ਵਿੱਚ ਫੜਿਆ ਹੈ। ਸਤਿਨਾਮ ਮੁਖ ਮੰਤਰ ਉਚਾਰਿਓ, ਸਤਿਨਾਮ ਵਾਹਿਗੁਰੂ ਦਾ ਮੁੱਖੋਂ ਮੰਤਰ ਉਚਾਰਿਆ ਹੈ। ਨਿਜ ਕਰਤੇ ਛਿਰਕਨ ਕੋ ਕੀਨ, ਮਹਾਰਾਜ ਨੇ ਆਪਣੇ ਪਾਵਨ ਹੱਥਾਂ ਨਾਲ ਫਿਰ ਉਹ ਕੇਸਰ ਵਾਲਾ ਜਲ ਪਿੱਪਲ ਤੇ ਛਿੜਕਿਆ ਹੈ। ਤਤ ਛਿਨ ਨਿਕਸਿਓ ਦੇਪਤ ਨਵੀਨ, ਤੁਰੰਤ ਐਸੀ ਕਿਰਪਾ ਹੋਈ ਕਿ ਐਨ ਨਵਾਂ ਨਵੀਨ ਹਰਾ ਭਰਾ ਦਰਖਤ ਹੋਇਆ। ਛਿਰਕੇ ਦੇਤ ਨੀਰ ਕੇ ਜਿਉਂ ਜਿਉਂ, ਜਿਉਂ ਜਿਉਂ ਮਹਾਰਾਜ ਉਸ ਜਲ ਦੇ ਛਿੜਕਾ ਪਾਣੀ ਉਹ ਜਲ ਕੇਸਰ ਵਾਲਾ ਛਿੜਕਦੇ ਹਨ। ਫੈਲਤ ਬ੍ਰਿਧਤ ਜਾਤ ਹੈ ਤਿਉਂ ਤਿਉਂ, ਉਸੇ ਤਰ੍ਹਾਂ ਫਿਰ ਉਹ ਫੈਲੀ ਜਾਂਦਾ ਵਧੀ ਜਾਂਦਾ ਹੈ। ਤਬ ਅਲ ਮਸਤ ਕਹਿਓ ਕਰ ਬੰਦ, ਤਦ ਬਾਬਾ ਅਲਮਸਤ ਜੀ ਨੇ ਹੱਥ ਜੋੜ ਕੇ ਕਿਹਾ, ਸ੍ਰੀ ਸਤਿਗੁਰ ਸਭ ਰੀਤ ਬਿਲੰਦ। ਏ ਸੁਹਾਏ ਮਨ ਸਤਿਗੁਰੂ ਜੀ, ਤੁਸੀਂ ਸਭ ਰੀਤਾਂ ਜੋ ਹਨ ਮਹਾਨ ਨੇ ਤੁਹਾਡੀਆਂ। ਪ੍ਰਥਮ ਚਿੰਨ ਇਸ ਪਰ ਗੁਰ ਕਰ ਕੋ, ਮਹਾਰਾਜ ਜੀ ਜਿਹੜਾ ਦਰਖਤ ਸੀ ਨਾ, ਇਹਦੇ ਜਿਹੜੇ ਪੱਤੇ ਸਨ ਉਹਨਾਂ ਤੇ ਪਹਿਲਾਂ ਜਿਹੜਾ ਚਿੰਨ ਸੀ ਗੁਰੂ ਮਹਾਰਾਜ ਦੇ ਪਵਿੱਤਰ ਹੱਥ ਦਾ ਜਿਹੜਾ ਚਿੰਨ ਸੀ, ਇਸ ਤਰ੍ਹਾਂ ਦੀਆਂ ਉਹਦੀਆਂ ਧਾਰੀਆਂ ਸੀ ਪੱਤਿਆਂ ਦੀਆਂ ਕਿ ਉਹਦੇ ਤੇ ਹੱਥ ਦਾ ਮਹਾਰਾਜ ਦਾ ਗੁਰੂ ਨਾਨਕ ਦੇ ਪਾਤਸ਼ਾਹ ਦੀ ਕਿਰਪਾ ਨਾਲ, ਕਿਉਂਕਿ ਮਹਾਰਾਜ ਨੇ ਹੱਥ ਦਾ ਇਸ਼ਾਰਾ ਕੀਤਾ ਸੀ ਜਦੋਂ ਜੋਗੀਆਂ ਨੇ ਧਰਤੀ ਚੋਂ ਖਾੜਿਆ, ਉਹ ਫਿਰ ਉੱਥੇ ਹੀ ਟਿਕ ਗਿਆ ਤੇ ਉਹਦੇ ਪੱਤੇ ਪੱਤੇ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਵਿੱਤਰ ਹੱਥ ਦਾ ਨਿਸ਼ਾਨ ਬਣ ਗਿਆ ਸੀ। ਉਹਦੀਆਂ ਪੱਤੇ ਦੀਆਂ ਧਾਰੀਆਂ ਹੀ ਇਸ ਤਰ੍ਹਾਂ ਦੀਆਂ ਬਣ ਗਈਆਂ। ਤੇ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਉਹ ਜਿਹੜਾ ਇਸ ਪਾਵਨ ਪੱਤਿਆਂ ਦੇ ਉੱਤੇ ਪਹਿਲਾਂ ਗੁਰੂ ਸਾਹਿਬ ਦੇ ਪਵਿੱਤਰ ਹੱਥ ਦਾ ਜੋ ਚਿੰਨ ਹੈ, ਮਹਾ ਮਹਾਤਮ ਜੁਤ ਭਿਖ ਤਰਕੋ, ਇਸ ਨੂੰ ਉਹਦੇ ਸਮੇਤ ਹੀ ਇਹਨੂੰ ਵੱਡਾ ਮਹੱਤਵ ਸਮੇਤ ਇਸ ਦਰਖਤ ਨੂੰ ਫਿਰ ਵੇਖਿਆ ਜਾਂਦਾ ਹੈ। ਸ੍ਰੀ ਹਰਿ ਗੋਬਿੰਦ ਕਰੇ ਉਚਾਰਨ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਮੁਖੋਂ ਬਚਨ ਕਹੇ, ਅਪਰ ਚਿੰਨ ਯੁਤ ਵਧੈ ਸਡਾਰਨ। ਮਹਾਰਾਜ ਕਹਿੰਦੇ ਐ ਸੰਤ ਅਲਮਸਤ ਤੋਂ ਪਹਿਲਾਂ ਵਾਲੇ ਹਸਤ ਕਮਲ ਦੇ ਚਿੰਨ ਸਮੇਤ ਹੀ ਇਹਦੀਆਂ ਹੁਣ ਜਿੰਨੀਆਂ ਟਾਹਣੀਆਂ ਹਨ ਉਹ ਵਧਣਗੀਆਂ। ਇਮ ਕਹਿ ਕੁੰਕਮ ਕੋ ਛਿਰਕਾਇਓ,
ਇਸ ਤਰ੍ਹਾਂ ਕਹਿ ਕੇ ਫਿਰ ਉਹ ਕੇਸਰ ਵਾਲਾ ਜਲ ਸਾਰੇ ਛੜਕਾਇਆ ਉਸ ਤੇ। ਛੋਟੀ ਵੱਡੀ ਬੂੰਦ ਬਰਸਾਇਓ। ਛੋਟੀਆਂ ਵੱਡੀਆਂ ਬੂੰਦਾਂ ਜਦੋਂ ਇਸ ਤਰ੍ਹਾਂ ਉਸ ਤੇ ਪਈਆਂ ਬਰਖੀਆਂ ਹਨ। ਇਨ ਛੀਟਨ ਤੇ ਚਿੰਨਤ ਰਹਿ। ਮਹਾਰਾਜ ਕਹਿੰਦੇ ਹਸਤ ਕਮਲ ਦੇ ਨਾਲ ਨਾਲ ਹੁਣ ਆ ਛਿੱਟਿਆਂ ਦੇ ਵੀ ਚੈਨੇ ਦੇ ਪੱਤਿਆਂ ਤੇ ਰਹਿਣਗੇ। ਜਬ ਲੋ ਥਿਰ ਪ੍ਰਿਥਵੀ ਪਾਰਿਆ ਹੈ। ਜਦੋਂ ਤੱਕ ਇਹ ਫਿਰ ਧਰਤੀ ਤੇ ਰਹੇਗਾ। ਅਬ ਇਹ ਨਿਸ ਮਹਿ ਬਰਦ ਹੈ ਤੇਤੂ। ਹੁਣ ਇਹ ਰਾਤ ਦੇ ਵਿੱਚ ਓਨਾ ਹੀ ਵੱਧ ਜਾਵੇਗਾ। ਜੋਗਨ ਜਾਰਿਓ ਹੋਤੋ ਸੋ ਜੇਤੋ। ਜਿੰਨਾ ਵੱਡਾ ਜੋਗੀਆਂ ਨੇ ਜਾਲਿਆ ਸੀ। ਪੁਨ ਸਤਿਗੁਰ ਡੇਰੇ ਕੋ ਆਏ। ਫੇਰ ਮਹਾਰਾਜ ਜੀ ਡੇਰੇ ਨੂੰ ਆ ਗਏ ਹਨ। ਜਥਾ ਰੁਚੀ ਭੋਜਨ ਤ੍ਰਿਪਤਾਏ। ਜਿੰਨਾ ਰੁਚੀ ਸੀ ਮਹਾਰਾਜ ਨੇ ਭੋਜਨ ਛਕਿਆ, ਤ੍ਰਿਪਤ ਹੋਏ। ਭਏ ਸੁਪਤ ਸੁਖ ਰਾਤ ਬਿਤਾਈ। ਰਾਤ ਨੂੰ ਸੁੱਤੇ ਹਨ, ਸੁੱਖਾਂ ਸਹਿਤ ਰਾਤ ਬਤੀਤ ਕੀਤੀ। ਉੱਠੇ ਗੁਰੂ ਨਿਤ ਕਿਰਿਆ ਕਰਾਈ। ਗੁਰੂ ਸਾਹਿਬ ਜੀ ਉੱਠੇ, ਅੰਮ੍ਰਿਤ ਵੇਲੇ ਨਿਤ ਕਿਰਿਆ ਕੀਤੀ ਹੈ। ਭਈ ਪ੍ਰਾਤ ਵੱਡ ਲੱਗਿਓ ਦੀਵਾਨ। ਸਵੇਰ ਹੋਈ ਹੈ ਤੇ ਵੱਡਾ ਦੀਵਾਨ ਸਜਿਆ। ਸਤਿਗੁਰ ਬੈਠੇ ਦੀਪਤ ਮਹਾਨ। ਸਤਿਗੁਰੂ ਜੀ ਬੈਠੇ ਬਹੁਤ ਪ੍ਰਕਾਸ਼ ਦੇ ਨੇ। ਸੁਣ ਕਰ ਪੇਖ ਕਰ ਗੁਰ ਆਗਮਨ ਨੂੰ। ਸੁਣ ਕੇ ਵੇਖ ਕੇ ਕਿ ਮਹਾਰਾਜ ਇੱਥੇ ਪਹੁੰਚੇ ਹਨ। ਜਿਸ ਪੁਰ ਗ੍ਰਾਮ ਹੁਤੇ ਸਿੱਖ ਭਵਨ। ਜਿਹੜੇ ਨਗਰ ਵਿੱਚ ਸਿੱਖਾਂ ਦੇ ਘਰ ਸਨ। ਨਰ ਨਾਰੀ ਆਨੰਦ ਬਿਲੰਦੇ। ਮਾਈ ਭਾਈ ਵੱਡੇ ਆਨੰਦ ਨੂੰ ਧਾਰਦੇ ਹੋਏ। ਮਿਲ ਮਿਲ ਜਹ ਕਹਤੇ ਸਿੱਖ ਬ੍ਰਿੰਦੈ। ਜਿੱਥੋਂ ਕਿੱਥੋਂ ਵੀ ਬੇਅੰਤ ਮਾਈ ਭਾਈ ਸਿੱਖ ਮਿਲ ਮਿਲ ਕੇ ਇਕੱਠੇ ਹੋ ਕੇ ਦਰਸ਼ਨ ਹਿਤ ਉਤ ਲਾਵਤ ਆਏ। ਦਰਸ਼ਨਾਂ ਦੇ ਵਾਸਤੇ ਬਹੁਤ ਉਤਸ਼ਾਹ ਨਾਲ ਪਹੁੰਚੇ ਹਨ। ਮਨੋ ਅਮੀ ਸਰ ਘਰ ਮਹਿ ਪਾਏ। ਇੰਨਾ ਉਤਸ਼ਾਹ ਮਾਨੋ ਅੰਮ੍ਰਿਤ ਦਾ ਸਰੋਵਰ ਸਿੱਖਾਂ ਨੂੰ ਘਰ ਵਿੱਚ ਹੀ ਮਿਲ ਗਿਆ ਹੈ। ਜਿਨ ਕੋ ਸੁਨਤ ਦੂਰ ਤੇ ਦੂਰ। ਜਿਨ੍ਹਾਂ ਨੂੰ ਵੀ ਸੁਣਿਆ ਭਾਵੇਂ ਉਹ ਕਿੰਨੀ ਵੀ ਦੂਰ ਤੋਂ ਦੂਰ ਸਨ। ਹਮ ਭਾਗਨ ਤੇ ਆਏ ਹਦੂਰ। ਉਹ ਭਾਈ ਸਾਰੇ ਇਕੱਠੇ ਹੋ ਕੇ ਭੱਜ ਕੇ ਸਤਿਗੁਰਾਂ ਦੇ ਚਰਨਾਂ 'ਚ ਪਹੁੰਚੇ ਹਨ। ਧਰ ਧਾਰੇ ਆਗੇ ਪੁੰਜ ਅਕੂਰ। ਬੇਅੰਤ ਭੇਟਾਵਾਂ ਸਤਿਗੁਰਾਂ ਅੱਗੇ ਰੱਖ ਰੱਖ ਕੇ ਚਰਨ ਕਮਲ ਬੰਦਹਿ ਕਰ ਜੋਰ। ਮਹਾਰਾਜ ਦੇ ਚਰਨਾਂ ਕਮਲਾਂ ਤੇ ਹੱਥ ਜੋੜ ਕੇ ਬੰਦਨਾ ਕਰਦੇ ਨੇ। ਜਸ ਜਸ ਕਰਹਿ ਕਾਮਨਾ ਪਾਵਹਿ। ਜਿਹੋ ਜੀ ਕੋਈ ਕਾਮਨਾ ਕਰਦਾ ਉਹੇ ਜੀ ਭਾਈ ਇੱਛਾ ਫਲ ਪਾ ਲੈਂਦਾ। ਦਰਸ਼ਨ ਤੇ ਸਭ ਪਾਪ ਮਿਟਾਵਹਿ। ਮਹਾਰਾਜ ਦੇ ਦਰਸ਼ਨ ਕਰਕੇ ਆਪਣੇ ਸਾਰੇ ਪਾਪ ਮਿਟਾ ਲੈਂਦੇ ਨੇ। ਸਤ ਨਾਮ ਸਿਮਰਨ ਲਿਵ ਲਾਗੇ। ਸਭ ਦੀ ਭਾਈ ਬਿਰਤੀ ਸਤਨਾਮ ਸੱਚੇ ਨਾਮ ਦੇ ਸਿਮਰਨ ਵਿੱਚ ਲੱਗ ਗਈ। ਜਿਨ ਮਨ ਸੁਪਤ ਭਗਤ ਮਹਿ ਜਾਗੇ। ਜਿਨ੍ਹਾਂ ਦਾ ਮਨ ਰੱਬ ਦੀ ਬੰਦਗੀ ਵੱਲੋਂ ਸੁੱਤਾ ਹੋਇਆ ਸੀ ਉਹ ਪਰਮੇਸ਼ਰ ਦੀ ਭਗਤੀ ਵਿੱਚ ਜਾਗ ਪਏ। ਭਈ ਭੀੜ ਗੁਰ ਕੇ ਚੌਹ ਫੇਰੈ। ਸਤਿਗੁਰੂ ਦੇ ਚਾਰੇ ਪਾਸੇ ਬਹੁਤ ਇਕੱਠ ਹੋ ਗਿਆ। ਆਵਤ ਗਮਨਤ ਚੌਹ ਦਿਸ ਕੇਰੈ। ਚਾਰੇ ਦਿਸ਼ਾਵਾਂ ਵੱਲੋਂ ਕੋਈ ਆ ਰਿਹਾ, ਕੋਈ ਦਰਸ਼ਨ ਕਰਕੇ ਜਾ ਰਿਹਾ ਹੈ। ਜਬ ਸਮੁਦਾਏ ਆਨ ਕਰ ਬੈਸੇ। ਇਉਂ ਭਾਈ ਕੋਈ ਚੱਲ ਕੇ ਜਦੋਂ ਚਾਰੇ ਪਾਸਿਆਂ ਤੋਂ ਪਹੁੰਚੀਆਂ ਸੰਗਤਾਂ ਭੋਗ ਪੈਣ ਤੱਕ ਸਾਰੇ ਬੈਠੇ ਹਨ।
ਜਦੋਂ ਸਾਰੀ ਸੰਗਤ ਆ ਕੇ ਬਹਿ ਗਈ, ਸ੍ਰੀ ਹਰਿ ਗੋਬਿੰਦ ਉਚਰਿਓ ਐਸੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਉਸ ਇਲਾਕੇ ਦੀਆਂ ਸੰਗਤਾਂ ਨੂੰ ਇਹ ਬਚਨ ਕਹੇ, ਪ੍ਰਥਮ ਗੁਰੂ ਕੋ ਇਹੋ ਅਸਥਾਨ। ਸੰਗਤ ਜੀ, ਪਹਿਲੇ ਗੁਰੂ ਪਾਤਸ਼ਾਹ ਜੀ ਦਾ ਇਹ ਸਥਾਨ ਹੈ। ਦਰਸ਼ਨ ਕੋ ਫਲ ਪੁੰਨ ਮਹਾਨ। ਇਹਦੇ ਦਰਸ਼ਨ ਕਰੇਗਾ ਕੋਈ ਤਾਂ ਬਹੁਤ ਵੱਡੇ ਪੁੰਨ ਫਲ ਪ੍ਰਾਪਤ ਹੁੰਦੇ ਨੇ। ਅਗ ਓਗਨ ਹਰਤਾ ਔਰ ਧਰੀਐ। ਇਹ ਜਾਣ ਲੋ ਕਿ ਜੋ ਦਰਸ਼ਨ ਕਰਨਗੇ ਵੱਡੇ ਵੱਡੇ ਪਾਪ ਜਿਹੜੇ ਹਨ ਉਹ ਨਾਸ਼ ਹੋਣਗੇ। ਪੁਰਬ ਦਿਵਸ ਕੇ ਮੇਲਾ ਕਰੀਐ। ਜਦੋਂ ਸਤਿਗੁਰੂ ਦਾ ਪੁਰਬ ਆਵੇ, ਗੁਰੂ ਨਾਨਕ ਦੇ ਪਾਤਸ਼ਾਹ ਦਾ ਅਵਤਾਰ ਪੁਰਬ, ਉਦੋਂ ਭਾਈ ਵੱਡਾ ਮੇਲਾ ਕਰਿਆ ਕਰੋ। ਸਤਿਗੁਰ ਸ਼ਬਦ ਪਠੋ ਅਰ ਸੁਣੀਐ। ਗੁਰੂ ਮਹਾਰਾਜ ਦੇ ਸ਼ਬਦਾਂ ਨੂੰ ਪੜੋ ਅਤੇ ਸੁਣੋ। ਕਰੋ ਕੀਰਤਨ ਨਿਰਮਲ ਬਨੀਐ। ਇਉਂ ਕੀਰਤਨ ਕਰੋ ਪਵਿੱਤਰ ਹੋ ਕਰਕੇ। ਵਿਘਨ ਉਠਾਵੇ ਕੋ ਇਤਿ ਆਏ। ਕੋਈ ਵੀ ਇੱਥੇ ਆਵੇਗਾ, ਦਰਸ਼ਨ ਕਰੇਗਾ, ਮਹਾਰਾਜ ਕਹਿੰਦੇ ਇਹਦੇ ਵਿਘਨ ਉੱਠ ਜਾਣਗੇ, ਭਾਵ ਸਭ ਆਤਮਕੀ ਬਾਹਰੀ ਕੀ ਰੁਕਾਵਟਾਂ ਦੂਰ ਹੋਣਗੀਆਂ। ਨਿਰਵਾਰੋ ਮਿਲ ਕਰ ਸਮਦਾਈ। ਇਸ ਕਰਕੇ ਭਾਈ ਸਾਰੇ ਜਾਣੇ ਇਕੱਠੇ ਹੋ ਕਰਕੇ ਦਰਸ਼ਨ ਮੇਲੇ ਕਰਿਆ ਕਰੋ, ਆਪਣੇ ਵਿਘਨਾਂ ਨੂੰ ਦੂਰ ਕਰੋ। ਸੁਣ ਗੁਰ ਤੇ ਸਭ ਹੂਨ ਬਖਾਨੀ। ਇਹ ਸੁਣ ਕੇ ਸਾਰਿਆਂ ਨੇ ਮਹਾਰਾਜ ਨੂੰ ਬੇਨਤੀ ਕੀਤੀ। ਅਬ ਤੇ ਕਹੈ ਅਬ ਤੇ ਕਰੈ ਕਹੀ ਜਿਮ ਬਾਨੀ। ਮਹਾਰਾਜ ਹੁਣ ਤੋਂ ਇਸੇ ਤਰ੍ਹਾਂ ਹੀ ਕਰਾਂਗੇ ਜਿਵੇਂ ਤੁਸੀਂ ਬਚਨ ਕਹੇ ਹਨ। ਜਿਸ ਪ੍ਰਕਾਰ ਹਮਰੋ ਕਲਿਆਣ। ਜਿਸ ਤਰ੍ਹਾਂ ਵੀ ਮਹਾਰਾਜ ਸਾਡਾ ਕਲਿਆਣ ਹੋਵੇ। ਤਿਮ ਤੁਮ ਹਮ ਕੋ ਕਰਤ ਬਖਾਨ। ਉਸੇ ਤਰ੍ਹਾਂ ਹੀ ਮਹਾਰਾਜ ਤੁਸੀਂ ਸਾਨੂੰ ਉਪਦੇਸ਼ ਦਿੰਦੇ ਹੋ। ਪੁਨ ਅਲ ਮਸਤ ਸਾਧ ਕੋ ਧੀਰ। ਫੇਰ ਉਸ ਉਦਾਸੀ ਸਾਧੂ ਬਾਬੇ ਅਲਮਸਤ ਜੀ ਨੂੰ ਧੀਰਜ ਦਿੱਤਾ। ਦੇ ਕਰ ਭਲੇ ਗੁਰੂ ਬਰ ਵੀਰ। ਵੱਡੇ ਬਰ ਬਚਨ ਦਿੱਤੇ ਵੀਰ, ਵੱਡੇ ਮਹਾਨ ਯੋਧੇ ਸਤਿਗੁਰਾਂ ਨੇ ਭਲੀ ਪ੍ਰਕਾਰ ਇਹ ਬਚਨ ਕਰਕੇ ਉੱਥੋਂ ਦਾ ਮਹੰਤ ਸੰਤ ਅਲਮਸਤ ਜੀ ਉਦਾਸੀ ਸਾਧੂ ਨੂੰ ਥਾਪਿਆ ਹੈ। ਸ੍ਰੀ ਸਤਿਗੁਰ ਕਰ ਚੱਲਣ ਤਿਆਰੀ। ਫਿਰ ਸਤਿਗੁਰੂ ਜੀ ਨੇ ਉੱਥੋਂ ਚੱਲਣ ਦੀ ਤਿਆਰੀ ਕੀਤੀ। ਕਰ ਪੰਚਾਮ੍ਰਤ ਦੇਗ ਸੋ ਭਾਰੀ। ਫਿਰ ਭਾਈ ਵੱਡੇ ਦੇਗੇ ਵਿੱਚ ਕੜਾਹ ਪ੍ਰਸ਼ਾਦ ਤਿਆਰ ਕੀਤਾ ਹੈ। ਵਰਤਾਈ ਕਰਕੇ ਅਰਦਾਸ। ਇਉਂ ਕੜਾਹ ਪ੍ਰਸ਼ਾਦ ਅਰਦਾਸ ਬੇਨਤੀ ਕਰਕੇ ਵਰਤਾਇਆ, ਦੇਗਾਂ ਵਰਤਾਈਆਂ ਹਨ। ਫੇਨਲ ਫਲ ਲੀਨੇ ਸੁਖ ਰਾਸ। ਫਿਰ ਭਾਈ ਫੇਨਲ ਕਹੀਏ ਰੀਠਿਆਂ ਦੇ ਜਿਹੜੇ ਫਲ ਹਨ ਉਹ ਮਹਾਰਾਜ ਨੇ ਲਏ ਹਨ, ਸੁੱਖਾਂ ਦੀ ਰਾਸ ਸਤਿਗੁਰੂ ਜੀ ਨੇ। ਸਭ ਸੁਭ ਠਨ ਕੋ ਦੀਨ ਦਿਆਲ। ਤੇ ਸਾਰੇ ਸੂਰਮਿਆਂ ਨੂੰ ਦਿਆਲੂ ਸਤਿਗੁਰੂ ਜੀ ਨੇ ਉਹ ਫਲ ਵਰਤਾਏ, ਮਿੱਠੇ ਰੀਠੇ ਵਰਤਾਏ। ਹਰਖਤ ਭੇਲੇ ਮਦਰ ਵਿਸਾਲ। ਸਭ ਨੇ ਜਦੋਂ ਛਕੇ ਲੈ ਕੇ ਤੇ ਬਹੁਤ ਮਿੱਠੇ, ਬਹੁਤ ਖੁਸ਼ ਹੋਏ। ਹੈ ਅਰੂੜ ਸਤਿਗੁਰ ਮਗ ਚੱਲੇ। ਫੇਰ ਘੋੜੇ ਤੇ ਸਵਾਰ ਹੋ ਕੇ ਸਤਿਗੁਰੂ ਜੀ ਰਸਤੇ ਚੱਲ ਪਏ। ਕਰ ਕਰ ਬੰਦਨ ਨਰ ਗਨ ਮਿਲੇ। ਬਹੁਤ ਲੋਕ ਬੰਦਨਾ ਕਰ ਕਰਕੇ ਰਸਤੇ ਵਿੱਚ ਸਤਿਗੁਰਾਂ ਨੂੰ ਮਿਲੇ ਹਨ। ਸਭ ਹਨ ਕੋ ਹਰ ਖਾਏ ਸੋ ਆਛੇ। ਸਾਰਿਆਂ ਨੂੰ ਮਹਾਰਾਜ ਜੀ ਚੰਗੀ ਤਰ੍ਹਾਂ ਪ੍ਰਸੰਨ ਕਰਦੇ ਹੋਏ ਪ੍ਰਸਥਾਨੇ ਸੈਨਾ ਜਿਨ ਪਾਛੇ। ਇਉਂ ਸਤਿਗੁਰੂ ਅੱਗੇ ਚੱਲੀ ਜਾਂਦੇ ਆ, ਜਿਨ੍ਹਾਂ ਦੇ ਪਿੱਛੇ ਸਤਿਗੁਰਾਂ ਦੀ ਫੌਜ ਹੈ। ਕ੍ਰਮ ਕ੍ਰਮ ਕਰ ਮਾਗੋ ਲੰਘਨ ਕਰਿਓ। ਕਦਮ ਕਦਮ ਚੱਲਦਿਆਂ ਰਸਤਾ ਜਿਹੜਾ ਹੈ ਉਹ ਭਾਈ ਲੰਘਣਾ ਕੀਤਾ। ਆਏ ਸੁਰਸਰੀ ਨੀਰ ਨਿਹਰਿਓ।
ਫੇਰ ਉਹ ਗੰਗਾ ਸਥਾਨ ਤੇ ਆ ਗਏ ਹੈ, ਜਲ ਵੇਖਿਆ ਹੈ। ਕਰ ਇਸ਼ਨਾਨ ਰੰਕਨ ਦੇ ਦਾਨ, ਇਸ਼ਨਾਨ ਕੀਤਾ ਗਰੀਬਾਂ ਨੂੰ ਦਾਨ ਦਿੱਤਾ ਹੈ। ਗੁਰ ਨਾਨਕ ਥਲ ਦਰਸ਼ਨ ਠਾਨ, ਉਹ ਹਰਿਦੁਆਰ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਉੱਥੇ ਦਰਸ਼ਨ ਕੀਤੇ। ਚੱਲੇ ਪੰਥ ਨਾਰੇ ਅਨਕ ਉਧਾਰੇ, ਫਿਰ ਚੱਲ ਪਏ ਤੇ ਰਸਤੇ ਵਿੱਚ ਬੇਅੰਤ ਲੋਕਾਂ ਦਾ ਸਤਿਗੁਰਾਂ ਉਧਾਰ ਕੀਤਾ ਹੈ। ਆਏ ਡਰੋਲੀ ਪਿੰਡ ਸੁਖਾਰੇ, ਇਉਂ ਭਾਈ ਸੁਖਾਂ ਦੇ ਸਹਿਤ ਡਰੋਲੀ ਨਗਰ ਸਤਿਗੁਰੂ ਆ ਗਏ। ਰਾਮੋ ਸਾਈਂ ਦਾਸ ਤਤਕਾਲ, ਬੀਬੀ ਰਾਮੋ ਭਾਈ ਸਾਈਂ ਦਾਸ ਜੀ ਨੇ ਤੁਰੰਤ ਹੀ ਪੱਗ ਬੰਦੇ ਕਰ ਦਰਸ ਨਿਹਾਲ, ਮਹਾਰਾਜ ਦੇ ਚਰਨਾਂ ਤੇ ਬੰਦਨਾ ਕੀਤੀ ਤੇ ਦਰਸ਼ਨ ਕਰਕੇ ਨਿਹਾਲ ਹੋਏ। ਜੋ ਮੰਦਰ ਸੁੰਦਰ ਬਣਵਾਇਓ, ਜਿਹੜਾ ਉਹਨਾਂ ਨੇ ਸੋਹਣਾ ਸੁੰਦਰ ਨਵਾਂ ਘਰ ਬਣਾਇਆ ਸੀ। ਉਰਚਰ ਫਰਸ਼ ਪਰੇ ਅੰਕ ਡਸਾਇਓ, ਉਥੇ ਕਮਰੇ ਵਿੱਚ ਸੋਹਣਾ ਸੁੰਦਰ ਫਰਸ਼ ਕਰਕੇ ਪਲੰਗ ਵਗੈਰਾ ਡਾਇਆ ਹੋਇਆ ਹੈ। ਤਿਸ ਪਰ ਜਾਏ ਗੁਰੂ ਬੈਠਾਏ, ਉਸ ਤੇ ਲਿਜਾ ਕੇ ਸਤਿਗੁਰਾਂ ਨੂੰ ਬਿਠਾਇਆ ਹੈ। ਮੁਖ ਤੇ ਉਸਤ ਤੇ ਅਦਕ ਅਲਾਈ, ਤੇ ਮੁਖੋਂ ਬਹੁਤ ਸਤਿਗੁਰਾਂ ਦੀ ਉਸਤਤੀ ਕਰਦੇ ਹਨ। ਸਭ ਵਿਦ ਸੋ ਸੇਵਾ ਕਰਨੀਕੇ, ਸਭ ਤਰ੍ਹਾਂ ਦੀ ਚੰਗੀ ਸੇਵਾ ਸਤਿਗੁਰਾਂ ਦੀ ਕਰਕੇ। ਜਾਣੈ ਭਾਗ ਆਪਨ ਵੱਡ ਜੀ ਕੇ, ਆਪਣੇ ਭਾਈ ਵੱਡੇ ਭਾਗ ਜਾਣਦੇ ਹਨ। ਸ੍ਰੀ ਦਮੋਦਰੀ ਬੰਦੇ ਪਾਏ, ਮਾਤਾ ਦਮੋਦਰੀ ਜੀ ਨੇ ਵੀ ਆ ਕੇ ਮਹਾਰਾਜ ਦੇ ਚਰਨਾਂ ਤੇ ਬੰਦਨਾ ਕੀਤੀ। ਦਰਸ਼ਨ ਤੇ ਮਨ ਮੋਦ ਵਢਾਏ, ਦਰਸ਼ਨ ਕਰਕੇ ਮਨ ਵਿੱਚ ਖੁਸ਼ੀ ਵਧਾਈ ਹੈ। ਰਾਮੋ ਸਾਈਂ ਦਾਸ ਪ੍ਰਣ ਜੋਈ, ਜੋ ਬੀਬੀ ਰਾਮੋ ਦਾ ਤੇ ਭਾਈ ਸਾਈਂ ਦਾਸ ਦਾ ਭਰਨ ਸੀ। ਕੀਨ ਸੰਪੂਰਨ ਸਤਿਗੁਰ ਸੋਈ, ਉਹ ਦੇਖੋ ਸਤਿਗੁਰਾਂ ਨੇ ਚਰਨ ਪਾ ਕੇ ਪੂਰਾ ਕਰ ਦਿੱਤਾ। ਅਤ ਪ੍ਰੀਤੀ ਯੁਤ ਦੰਪਤ ਮਿਲੇ, ਬਹੁਤ ਪ੍ਰੀਤੀ ਸਹਿਤ ਦੋਵੇਂ ਪਤੀ ਪਤਨੀ ਸਤਿਗੁਰਾਂ ਨੂੰ ਮਿਲੇ ਹਨ। ਨਾਨਾ ਅਸਨ ਕੀਨ ਬਿਦ ਭਲੇ, ਬਹੁਤ ਤਰ੍ਹਾਂ ਦੇ ਭੋਜਨ ਪਦਾਰਥ ਭਲੀ ਪ੍ਰਕਾਰ ਬਣਾਏ ਨੇ। ਆਨ ਥਾਰ ਕੋ ਧਰਿਓ ਅਗਾਰੀ, ਤੇ ਥਾਲ ਲਿਆ ਕੇ ਸਤਿਗੁਰਾਂ ਅੱਗੇ ਰੱਖਿਆ ਹੈ। ਛਕੈ ਸਤਿਗੁਰੂ ਪ੍ਰੇਮ ਨਿਹਾਰੀ, ਗੁਰੂ ਸਾਹਿਬ ਜੀ ਪ੍ਰੇਮ ਵੇਖ ਕਰਕੇ ਇਹਨਾਂ ਦਾ ਛਕ ਰਹੇ ਹਨ। ਸੰਬੰਧੀ ਹੈ ਗੁਰੂ ਹਮਾਰੇ, ਇਹ ਕੋਈ ਗੁਰੂ ਸਾਹਿਬ ਜੀ ਸਾਡੇ ਸੰਬੰਧੀ ਰਿਸ਼ਤੇਦਾਰ ਹਨ। ਇਹੋ ਨਿਸ਼ਚੈ ਔਰ ਤੇ ਨਿਰਵਾਰੇ, ਇਹ ਨਿਸ਼ਚਾ ਇਹਨਾਂ ਨੇ ਆਪਣੇ ਹਿਰਦੇ ਚੋਂ ਨਿਵਰਤ ਕੀਤਾ ਹੋਇਆ ਹੈ। ਭਾਵ ਮਹਾਰਾਜ ਨੂੰ ਸੰਬੰਧੀ ਸਮਝ ਕੇ ਨਹੀਂ ਸੇਵਾ ਕੀਤੀ, ਅਕਾਲ ਪੁਰਖ ਸਰੂਪ ਜਾਣ ਕੇ ਸੇਵਾ ਕਰਦੇ ਹਨ। ਪ੍ਰਭੂ ਲਖੈ ਸਭ ਜਗ ਕੋ ਸੁਆਮੀ, ਇਹ ਜਾਣਦੇ ਪਰਮੇਸ਼ਰ ਰੂਪ ਹੈ, ਸਾਰੇ ਜਗਤ ਦੇ ਮਾਲਕ ਹਨ। ਆਇਓ ਹਮੈ ਉਧਾਰਨ ਕਾਮੀ, ਇਹ ਤਾਂ ਭਾਈ ਸਾਡੀਆਂ ਕਾਮਨਾ ਪੂਰੀਆਂ ਕਰਨ ਵਾਸਤੇ, ਸਾਡਾ ਭਲਾ ਕਰਨ ਵਾਸਤੇ ਸਤਿਗੁਰੂ ਆਏ ਹਨ। ਰੋਚਕਾਰ ਭੋਜਨ ਤੇ ਤ੍ਰਿਪਤਾਏ, ਇਸ ਤਰ੍ਹਾਂ ਰੁਚੀ ਸਹਿਤ ਭੋਜਨ ਪਦਾਰਥ ਛਕ ਕੇ ਮਹਾਰਾਜ ਤ੍ਰਿਪਤ ਹੋਏ। ਜਲ ਪੀ ਸੀਤਲ ਪੀਵਤ ਹਰ ਖਾਏ, ਤੇ ਜਲ ਛਕਿਆ ਹੈ, ਛਕ ਕੇ ਮਹਾਰਾਜ ਪ੍ਰਸੰਨ ਹੋਏ। ਹਾਥ ਪਖਾਰਨ ਜਬ ਕਰ ਲੀਨ, ਤੇ ਜਦੋਂ ਸਤਿਗੁਰਾਂ ਨੇ ਆਪਣੇ ਹੱਥ ਜਿਹੜੇ ਹੈ ਉਹ ਭਾਈ ਪਖਾਰਨ ਕਹੀਏ ਧੋਤੇ ਹਨ। ਪੋਛਨ ਹਿਤ ਰੁਮਾਲ ਤਬ ਦੀਨ, ਤਾਂ ਹੱਥ ਪੂੰਝਣ ਵਾਸਤੇ ਬਸਤਰ ਰੁਮਾਲ ਦਿੱਤਾ ਹੈ।
ਕਰਿਓ ਬਚਨ ਔਰ ਭਾਓ ਜੋ ਹੇਰਾ। ਤੇ ਬਚਨ ਕੀਤਾ ਵੀ ਜੋ ਜਦ ਉਹਨਾਂ ਦਾ ਹਿਰਦੇ ਦੀ ਭਾਵਨਾ ਵੇਖੀ। ਹੋਏ ਨ ਅਬ ਤੇ ਭਉ ਜਲ ਫੇਰਾ। ਮਹਾਰਾਜ ਕਹਿੰਦੇ ਹੁਣ ਤੋਂ ਤੁਹਾਡਾ ਦੁਆਰੇ ਭਵਜਲ ਵਿੱਚ ਜੰਮਣ ਮਰਨ ਨਹੀਂ ਹੋਵੇਗਾ। ਭਾਵ ਬਾਰ ਬਾਰੇ ਜਿਹੜਾ ਜੰਮਣ ਮਰਨ ਦਾ ਹੈ ਇਹ ਸਾਰਾ ਖਤਮ ਹੋ ਗਿਆ। ਆਓ ਬਾਕੀ ਇਤਿਹਾਸ ਕੱਲ ਸਰਵਣ ਕਰਾਂਗੇ। ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।